ਆਪਣਾ ਨਾਮ, ਦੇਹੋ ਆਪਣਾ ਨਾਮ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆਂ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆਂ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੂੰ ਦਿਲ ਤੋਂ ਮੁਹੱਬਤ ਹੈ, ਦਿਲੋਂ ਮੁਹੱਬਤ ਜਿਨ। ਅੱਜ ਜਿਹੜਾ ਆਪਾਂ ਸ਼ਬਦ ਪੜ੍ਹਿਆ ਨਾ, ਅੱਜ ਦੇ ਸ਼ਬਦ ਦੇ ਵਿੱਚ ਗੁਰੂ ਜੀ ਸਾਨੂੰ ਦੱਸਦੇ ਆ, ਕਹਿੰਦੇ ਤੂੰ ਨਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਜਾ, ਅੰਦਰੋਂ ਵੀ ਤੇ ਬਾਹਰੋਂ ਵੀ। ਜਿਹੜੀ ਗੱਲ ਤੂੰ ਮੁਖ ਤੋਂ ਕਰਦਾ ਨਾ, ਉਹ ਤੇਰੇ ਅੰਦਰ ਵੀ ਹੋਵੇ। ਜੇ ਤੂੰ ਆਪਣੇ ਮੁਖ ਤੋਂ ਕਿਸੇ ਨੂੰ ਭੈਣ ਕਹਿ ਰਿਹਾ ਤਾਂ ਤੇਰਾ ਅੰਦਰ ਵੀ ਉਹਨੂੰ ਭੈਣ ਕਹੇ। ਜੇ ਤੂੰ ਆਪਣੇ ਮੁਖ ਤੋਂ ਕਿਸੇ ਨੂੰ ਧੀ ਕਹਿ ਰਿਹਾ ਤਾਂ ਤੇਰਾ ਅੰਦਰ ਵੀ ਧੀ ਕਹਿੰਦਾ ਹੋਵੇ। ਇਹ ਨਾ ਹੋਵੇ ਅੰਦਰ ਉਸ ਦੇ ਪ੍ਰਤੀ ਤੇਰੇ ਵਿਚਾਰ ਕੋਈ ਹੋਰ ਹੋਣ ਤੇ ਬਾਹਰੋਂ ਤੂੰ ਧੀ ਜਾਂ ਭੈਣ ਕਹੇ। ਜੇ ਤੂੰ ਕਿਸੇ ਦਾ ਭਲਾ ਕਰਨ ਦੀ ਗੱਲ ਕਰਦਾ ਨਾ, ਤੇਰਾ ਤੇਰੇ ਮੂੰਹ ਤੋਂ ਗੱਲ ਚੱਲ ਰਹੀ ਹੈ ਕਿਸੇ ਦੇ ਭਲੇ ਦੀ, ਤਾਂ ਗੁਰੂ ਜੀ ਕਹਿੰਦੇ ਤੇਰੇ ਅੰਦਰੋਂ ਵੀ ਉਹਦਾ ਭਲਾ ਨਿਕਲੇ, ਅੰਦਰ ਵੀ ਭਲੇ ਦਾ ਭਾਵ ਹੋਵੇ। ਕਹਿੰਦੇ ਜਿਹੋ ਜਿਹਾ ਤੂੰ ਬਾਹਰੋਂ ਹੈ ਨਾ, ਉਹੋ ਜਿਹੀ ਅੰਦਰੋਂ ਹੋ ਜਾ। ਬਾਹਰੇ ਵੇਖਣ ਨੂੰ ਤੇਰਾ ਪਹਿਰਾਵਾ ਬਹੁਤ ਵਧੀਆ ਹੈ, ਦੇਖਣ ਨੂੰ ਤੂੰ ਬੜਾ ਸੋਹਣਾ ਗੁਰੂ ਕਾ ਸਿੱਖ ਲੱਗਦਾ ਹੈ, ਤੇ ਅੰਦਰੋਂ ਵੀ ਸਿੱਖ ਬਣ ਜਾ। ਅੱਜ ਦੇ ਸ਼ਬਦ ਦੇ ਵਿੱਚ, ਅੱਜ ਦੀ ਵਿਚਾਰ ਦੇ ਵਿੱਚ ਸਾਨੂੰ ਗੁਰੂ ਜੀ, ਜੇ ਤੇਰੇ ਅੰਦਰ ਕੁਝ ਹੋਰ ਹੈ, ਬਾਹਰੋਂ ਤੂੰ ਕੁਝ ਹੋਰ ਹੈ, ਬਾਹਰੋਂ ਦੇਖਣ ਨੂੰ ਗੁਰੂ ਕਾ ਸਿੱਖ ਲੱਗਦਾ ਹੈ ਤੇ ਅੰਦਰ ਤੇਰੇ ਸਿੱਖੀ ਹੈ ਨਹੀਂ ਗੀ, ਫਿਰ ਕਹਿੰਦੇ ਤੂੰ ਪਖੰਡ ਕਰ ਰਿਹਾ ਤੇ ਲੋਕਾਂ ਨਾਲ ਧੋਖਾ ਕਰ ਰਿਹਾ। ਇਹ ਸਾਨੂੰ ਵਿਚਾਰ ਦੇ ਰਹੇ ਨੇ ਅੱਜ ਗੁਰੂ ਜੀ, ਸੁਰਤੀਆਂ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ। ਚੌਂਕੜੇ ਮਾਰ ਕੇ ਬੈਠਿਓ ਤੇ ਦੇਖੋ, ਆਪਾਂ ਨਾ ਆਪਣੀ ਨੀਂਦ ਛੱਡ ਕੇ, ਆਪਣੇ ਘਰ ਦੇ ਕੰਮ ਕਾਰ ਛੱਡ ਕੇ ਗੁਰਦੁਆਰਾ ਸਾਹਿਬ ਆ ਗਏ ਹਾਂ। ਬਸ ਹੁਣ ਇੱਥੇ ਹਾਜ਼ਰ ਰਹੋ, ਸਰੀਰ ਕਰਕੇ ਵੀ ਤੇ ਸੁਰਤ ਕਰਕੇ ਵੀ। ਕਈ ਵਾਰੀ ਸਰੀਰ ਸਾਡਾ ਇੱਥੇ ਹੀ ਬੈਠਾ ਹੁੰਦਾ ਤੇ ਸੁਰਤ ਕਰਕੇ ਅਸੀਂ ਘਰ ਦੇ ਕੰਮ ਕਾਰ ਕਰਨ ਲੱਗ ਜਾਂਦੇ ਹਾਂ। ਬਸ ਸੁਰਤ ਨਾਲ ਘਰ ਦੇ ਕੰਮ ਕਾਰ ਨਹੀਂ ਹੋਣੇ। ਜਿਹੜੇ ਘਰ ਦੇ ਕੰਮ ਕਾਰ ਨੇ ਉਹ ਸਰੀਰ ਦੇ ਨਾਲ ਹੀ ਹੋਣਗੇ ਤੇ ਸੁਰਤ ਨਾਲ ਨਹੀਂ ਹੋ ਸਕਦੇ। ਇਸ ਕਰਕੇ ਆਪਣੀ ਸੁਰਤ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਦੀ ਹਜ਼ੂਰੀ ਦੇ ਵਿੱਚ ਹੀ ਰੱਖਿਓ। ਆਓ ਕਰੋ ਕਿਰਪਾ, ਆਪਾਂ ਵਿਚਾਰ ਸ਼ੁਰੂ ਕਰੀਏ। ਪਾਤਸ਼ਾਹ ਜੀ ਕਹਿੰਦੇ ਦਿਲੋਂ ਮੁਹੱਬਤ ਜਿਨ ਸੇਈ ਸੱਚਿਆਂ। ਕਹਿੰਦੇ ਭਾਈ ਸੱਚੇ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਮੁਹੱਬਤ ਹੋਵੇ। ਮੁਹੱਬਤ ਭਾਵ ਪਿਆਰ ਹੋਵੇ ਗੁਰੂ ਪ੍ਰਤੀ। ਕਈ ਵਾਰੀ ਕੀ ਹੁੰਦਾ ਹੈ, ਅਸੀਂ ਬਾਹਰੋਂ ਤਾਂ ਬੜਾ ਦਿਖਾਵਾ ਕਰਦੇ ਹੁੰਦੇ ਹਾਂ ਕਿ ਅਸੀਂ ਬੜੀ ਸੇਵਾ ਕਰਦੇ ਹਾਂ ਜੀ, ਬੜਾ ਨਾਮ ਜਪਦੇ ਹਾਂ, ਬੜੀ ਬਾਣੀ ਪੜ੍ਹਦੇ ਹਾਂ, ਪਰ ਅੰਦਰੋਂ ਅਸੀਂ ਕੁਝ ਹੋਰ ਹੁੰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਜਿਹੜੇ ਅੰਦਰੋਂ ਬਾਹਰੋਂ ਇੱਕ ਹੋ ਗਏ ਨਾ, ਉਹਨਾਂ ਨੂੰ ਮੈਂ ਸੱਚੇ ਕਹਿ ਰਿਹਾ। ਉਹ ਸੱਚੇ ਨੇ ਭਾਈ। ਜਿਹੜੇ ਅੰਦਰੋਂ ਬਾਹਰੋਂ ਇੱਕ ਨਹੀਂ ਹੈਗੇ, ਮੁਖ ਤੋਂ ਬੇਸ਼ੱਕ ਕੁਝ ਮਰਜ਼ੀ ਕਹੀ ਜਾਂਦੇ ਆ, ਪਰ ਉਹਨਾਂ ਦੇ ਅੰਦਰ ਜਿਹੜਾ ਕੁਝ ਮੁਖ ਤੋਂ ਬੋਲਦੇ ਆ ਉਹ ਨਹੀਂ ਹੈਗਾ, ਉਹਨਾਂ ਨੂੰ ਸੱਚੇ ਨਹੀਂ ਕਿਹਾ ਜਾ ਸਕਦਾ। ਗੁਰੂ ਜੀ ਕਹਿੰਦੇ ਉਹ ਤਾਂ ਝੂਠੇ ਆ ਭਾਈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆਂ, ਜਿਨ ਮਨ ਹੋਰ ਮੁਖ ਹੋਰ। ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਹੋਰ ਚੱਲਦਾ ਹੈ ਤੇ ਮੁਖ ਤੋਂ ਕੁਝ ਹੋਰ ਕਹਿੰਦੇ ਹੈ, ਉਹ ਕੌਣ ਨੇ ਗੁਰੂ ਜੀ? ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆਂ। ਉਹ ਤਾਂ ਕਹਿੰਦੇ ਭਾਈ ਉਹਨਾਂ ਦੀ ਗਿਣਤੀ ਨਾ ਕੱਚਿਆਂ ਦੇ ਵਿੱਚ ਕੀਤੀ ਜਾਊਗੀ। ਭਾਵ ਉਹਨਾਂ ਨੂੰ ਗੁਰੂ ਕੇ ਸਿੱਖ ਨਹੀਂ ਕਹਿ ਸਕਦੇ ਅਸੀਂ। ਕੰਨ ਮਸਲਾ ਸੂਫ ਗਲ। ਕਹਿੰਦੇ ਪਹਿਰਾਵਾ ਤਾਂ ਤੇਰੇ ਪਾਇਆ ਹੋਇਆ ਧਰਮ ਦਾ, ਬਾਣਾ ਪਾਇਆ ਹੋਇਆ ਤੇਰੇ ਧਰਮੀ, 5 ਕਕਾਰੀ ਤੇਰੇ ਬਾਣਾ ਪਾਇਆ ਹੋਇਆ। ਜੇ ਤੂੰ ਸਿੱਖ ਹੈ ਤਾਂ ਤੇਰੇ 5 ਕਕਾਰੀ ਬਾਣਾ ਪਾਇਆ ਹੋਇਆ। ਜੇ ਤੂੰ ਹਿੰਦੂ ਹੈ ਤਾਂ ਤੇਰੇ ਜਨੇਊ ਪਾਇਆ ਹੋਇਆ ਮੱਥੇ ਤੇ,
ਤਿਲਕ ਲਾਇਆ ਹੋਇਆ ਹੈ। ਜੇ ਤੂੰ ਮੁਸਲਮਾਨ ਹੈ ਤਾਂ ਤੇਰੇ ਕੰਨ ਭਾਵ ਮੋਢੇ ਦੇ ਉੱਤੇ ਨਮਾਜ਼ ਪੜ੍ਹਨ ਵਾਲਾ ਮੁਸੱਲਾ ਰੱਖਿਆ ਹੋਇਆ ਹੈ ਅਤੇ ਤੈਂ ਆਪਣਾ ਪਹਿਰਾਵਾ ਮੁਸਲਮਾਨਾਂ ਵਾਲਾ ਬਣਾਇਆ ਹੈ। ਪਰ ਕਹਿੰਦੇ ਧਿਆਨ ਰੱਖੀ ਕੇਵਲ ਪਹਿਰਾਵਾ ਨਾ ਰਹਿ ਜਾਵੇ, ਤੇਰੇ ਅੰਦਰ ਵੀ ਧਰਮ ਹੋਵੇ। ਅੰਦਰ ਧਰਮ ਹੋਣਾ ਜ਼ਰੂਰੀ ਹੈ। ਕੇਵਲ ਧਰਮ ਪਹਿਰਾਵੇ ਤੱਕ ਸੀਮਤ ਨਾ ਰਹਿ ਜੇ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ। ਕਹਿੰਦੇ ਮੁੱਖ ਤੋਂ ਤਾਂ ਤੂੰ ਮਿੱਠੀਆਂ ਗੱਲਾਂ ਕਰਦਾ ਹੈ ਤੇ ਅੰਦਰ ਤੇਰੇ ਕੈਂਚੀ ਚੱਲਦੀ ਹੈ। ਮੁੱਖ ਤੋਂ ਤੂੰ ਕਿਸੇ ਨੂੰ ਗੱਲ ਕਹਿ ਰਿਹਾ ਵੀ ਮੈਂ ਇਹ ਗੱਲ ਤੇਰੇ ਭਲੇ ਵਾਸਤੇ ਕਹਿਣਾ। ਆਪਾਂ ਕਈ ਵਾਰੀ ਕਹਿ ਦਿੰਦੇ ਨਾ ਵੀ ਮੈਂ ਤੇਰੇ ਭਲੇ ਕਰਕੇ ਤੇਰਾ ਭਲਾ ਲੋਚਦਾ ਭਾਈ, ਤੈਨੂੰ ਮੈਂ ਤਾਂ ਇਹ ਸਲਾਹ ਦਿੰਦਾ। ਕਹਿੰਦੇ ਮੁੱਖ ਤੋਂ ਤਾਂ ਤੂੰ ਭਲੇ ਦੀਆਂ ਗੱਲਾਂ ਕਰ ਰਿਹਾ ਹੈ, ਦਿਲ ਕਾਤੀ, ਅੰਦਰ ਤੇਰੇ ਕੈਂਚੀ ਚੱਲਦੀ ਹੈ ਵੀ ਇਹਦਾ ਨੁਕਸਾਨ ਕਿਸ ਤਰ੍ਹਾਂ ਕੀਤਾ ਜਾਵੇ। ਅੱਜ ਇਸ ਗੱਲ ਦੇ ਨਾਲ ਭਾਈ ਦਾ ਨੁਕਸਾਨ ਕਰ ਰਿਹਾ ਹੈ, ਗਵਾਂਢੀ ਦਾ ਨੁਕਸਾਨ ਕਰ ਰਿਹਾ ਹੈ, ਰਿਸ਼ਤੇਦਾਰ ਆਪਣੇ ਰਿਸ਼ਤੇਦਾਰਾਂ ਦਾ ਨੁਕਸਾਨ ਕਰ ਰਿਹਾ ਹੈ ਅਤੇ ਦੋਸਤ ਆਪਣੇ ਦੋਸਤਾਂ ਦਾ ਨੁਕਸਾਨ ਕਰ ਰਿਹਾ। ਅੱਜ ਦੀ ਸਥਿਤੀ ਇਹ ਹੈ ਜੀ। ਅੱਜ ਕਿਸੇ ਨੂੰ ਦਿਲੋਂ ਪਿਆਰ ਨਹੀਂ ਰਹਿ ਗਿਆ। ਪਿਆਰ ਨੇ ਜਿਹੜੇ ਸਭ ਉਹ ਗਰਜ ਤੱਕ ਸੀਮਿਤ ਰਹਿ ਗਏ। ਅਸੀਂ ਗਰਜੀ ਹੋ ਗਏ। ਜੇ ਤਾਂ ਸਾਡਾ ਮਿੱਤਰ, ਸਾਡਾ ਦੋਸਤ, ਸਾਡਾ ਰਿਸ਼ਤੇਦਾਰ, ਸਾਡਾ ਸਕੇ ਸੰਬੰਧੀ ਸਾਡੀ ਉਹ ਲੋੜ ਪੂਰੀ ਕਰ ਰਿਹਾ ਹੈ, ਫਿਰ ਤਾਂ ਸਾਡੀ ਉਹਦੇ ਨਾਲ ਮਿੱਤਰਤਾ ਦੋਸਤੀ ਹੈਗੀ ਹੈ। ਅਤੇ ਜੇ ਲੋੜ ਪੂਰੀ ਨਹੀਂ ਕਰ ਰਿਹਾ ਤਾਂ ਉਹਦੇ ਨਾਲ ਕੋਈ ਮਿੱਤਰਤਾ ਨਹੀਂ। ਰਿਸ਼ਤੇਦਾਰੀਆਂ ਖਤਮ ਹੁੰਦੀਆਂ ਜਾਂਦੀਆਂ ਨੇ, ਕਿਉਂਕਿ ਰਿਸ਼ਤੇਦਾਰੀਆਂ ਦੀ ਜਿਹੜੀ ਨੀਂਹ ਹੈ ਨਾ ਉਹ ਗਰਜ 'ਤੇ ਰਹਿ ਗਈ। ਗਰਜ ਪੂਰੀ ਹੁੰਦੀ ਹੈ ਸਾਡਾ ਰਿਸ਼ਤੇਦਾਰ ਹੈ, ਗਰਜ ਨਹੀਂ ਪੂਰੀ ਹੁੰਦੀ ਤਾਂ ਸਾਡੀ ਉਹਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ। ਦੋਸਤ ਮਿੱਤਰ ਵੀ ਇਹੀ ਹੈ। ਜਿੰਨਾ ਚਿਰ ਦੋਸਤ ਮਿੱਤਰ ਸਾਨੂੰ ਖਾਣ ਪੀਣ ਨੂੰ ਦਿੰਦੇ ਹੈ ਜਾਂ ਅਸੀਂ ਦੋਸਤਾਂ ਮਿੱਤਰਾਂ ਨੂੰ ਖਾਣ ਪੀਣ ਨੂੰ ਦਿੰਦੇ ਹਾਂ, ਉਹਨਾਂ ਚਿਰ ਸਾਡੀ ਦੋਸਤੀ ਹੈ। ਅਤੇ ਜਦੋਂ ਖਾਣਾ ਪੀਣਾ ਬੰਦ ਹੋ ਜਾਂਦਾ ਅਤੇ ਦੋਸਤੀ ਖਤਮ। ਪਾਤਸ਼ਾਹ ਦੀ ਬਾਣੀ ਕਹਿੰਦੀ ਜਿਚਰ ਪਹਿਨਣ ਖਾਵਣੇ, ਜਿੰਨਾ ਚਿਰ ਤਾਂ ਪਹਿਨਣ ਖਾਣ ਵਾਸਤੇ ਮਿਲਦਾ ਤੈਨੂੰ ਦੋਸਤ ਪਾਛੋਂ, ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਉਹਨਾਂ ਚਿਰ ਤਾਂ ਤੇਰੀ ਉਹਦੇ ਨਾਲ ਦੋਸਤੀ ਹੈ। ਜਿੱਤ ਦਿਨ ਕਛੂ ਨਾ ਹੋਵਈ, ਜਿੱਦੇ ਦੋਸਤ ਦੇ ਕੋਲੇ ਕੁਝ ਦੇਣ ਨੂੰ ਨਾ ਹੋਵੇ, ਤੈਨੂੰ ਖਵਾਉਣ ਨੂੰ ਕੁਝ ਨਾ ਹੋਵੇ, ਚਾਰ ਪੈਸੇ ਦੋਸਤ ਕੋਲੇ ਤੈਨੂੰ ਦੇਣ ਵਾਸਤੇ ਨਾ ਹੋਣ, ਉਦਣ ਜਿੱਤ ਦਿਨ ਕਛੂ ਨਾ ਹੋਵੇ ਤਿੱਤ ਦਿਨ ਬੋਲਣ ਗੰਧ। ਉਹਦੇ ਤੂੰ ਉਸੇ ਦੋਸਤ ਨੂੰ, ਜਿਹੜੇ ਦੋਸਤ ਦੀਆਂ ਆਪਣੀ ਜੀਭ ਦੇ ਨਾਲ ਤੂੰ ਵਡਿਆਈ ਕਰਦਾ ਸੀ, ਅੱਜ ਉਸੇ ਦੋਸਤ ਦੀ ਤੂੰ ਨਿੰਦਿਆ ਕਰ ਰਿਹਾ, ਉਹਨੂੰ ਮਾੜਾ ਕਹਿ ਰਿਹਾ। ਇਹ ਕੀ ਹੈ ਜੀ? ਇਹ ਗਰਜ ਆ ਗਈ ਸਾਡੇ ਰਿਸ਼ਤਿਆਂ ਦੇ ਵਿੱਚ, ਗਰਜ ਆ ਗਈ। ਅਸੀਂ ਗਰਜੀ ਹੋ ਗਏ। ਇਕੱਲਾ ਰਿਸ਼ਤੇ ਨਾਤਿਆਂ ਦੇ ਵਿੱਚ ਵੀ ਗਰਜ ਨਹੀਂ, ਸਾਡਾ ਗੁਰੂ ਨਾਲ ਵੀ ਗਰਜ ਦਾ ਹੀ ਸੰਬੰਧ ਹੈ। ਸਿੱਖ ਤੇ ਗੁਰੂ ਦਾ ਰਿਸ਼ਤਾ ਕੀ ਹੈ ਜੀ? ਪ੍ਰੇਮ ਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਹਿੰਦੇ ਜਿਹਨੇ ਨਾ ਗੁਰੂ ਜੀ ਨੂੰ ਪ੍ਰੇਮ ਕੀਤਾ ਉਸੇ ਨੇ ਗੁਰੂ ਜੀ ਨੂੰ ਪਾ ਲਿਆ, ਉਸੇ ਨੇ ਪਰਮੇਸ਼ਰ ਨੂੰ ਪਾ ਲਿਆ। ਗੁਰ ਪਰਮੇਸ਼ਰ ਇੱਕੋ ਜਾਣ। ਬਾਣੀ ਕਹਿੰਦੀ ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ, ਇੱਕੋ ਸਿੱਕੇ ਦੇ ਦੋ ਪਾਸੇ ਹੈ, ਗੁਰੂ ਤੇ ਪਰਮੇਸ਼ਰ। ਜੇ ਅਸੀਂ ਗੁਰੂ ਦੇ ਨਾਲ ਪ੍ਰੇਮ ਕਰ ਲਿਆ ਤਾਂ ਇਹ ਮੰਨੋ ਵੀ ਅਸੀਂ ਰੱਬ ਦੇ ਨਾਲ ਪ੍ਰੇਮ ਕਰ ਲਿਆ। ਗੁਰੂ ਤੇ ਸਿੱਖ ਦਾ ਰਿਸ਼ਤਾ ਕੀ ਹੈ ਜੀ? ਪ੍ਰੇਮ ਦਾ। ਪਰ ਅੱਜ ਗੁਰੂ ਤੇ ਸਿੱਖ ਦਾ ਰਿਸ਼ਤਾ ਕਾਹਦਾ? ਗਰਜ ਦਾ। ਜੇ ਤਾਂ ਅਸੀਂ ਗੁਰਦੁਆਰਾ ਸਾਹਿਬ ਆਏ, ਆ ਕੇ ਇੱਥੇ ਨਮਸਕਾਰ ਕਰਕੇ ਅਰਦਾਸ ਬੇਨਤੀ ਕੀਤੀ, ਆਪਣੀਆਂ ਮੰਗਾਂ ਮੰਨੀਆਂ, ਜੇ ਤਾਂ ਸਿੱਖ ਦੀ ਉਹ ਮੰਗ ਪੂਰੀ ਹੁੰਦੀ ਹੈ ਤਾਂ ਰਿਸ਼ਤਾ ਰੱਖਦਾ ਸਿੱਖ। ਜੇ ਉਹ ਗਰਜ ਪੂਰੀ ਨਹੀਂ ਹੁੰਦੀ ਤਾਂ ਸਿੱਖ ਗੁਰੂ ਦੇ ਨਾਲ ਵੀ ਰਿਸ਼ਤਾ ਤੋੜ ਕੇ ਕਿਤੇ ਹੋਰ ਚਲਿਆ ਜਾਂਦਾ। ਕਿਉਂ? ਸਾਡੇ 'ਚ ਧੀਰਜ ਨਹੀਂ ਨਾ ਰਹਿ ਗਿਆ। ਸਾਡੇ ਅੰਦਰ ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਜਿਹੜੇ ਗੁਣ ਨੇ ਉਹ ਖਤਮ ਹੋ ਚੁੱਕੇ ਨੇ। ਕਿਉਂ ਖਤਮ ਹੋ ਗਏ? ਪਾਤਸ਼ਾਹ ਦੀ ਬਾਣੀ ਕਹਿੰਦੀ ਹਰ ਬਿਸਰਤ ਤੇਰੇ ਗੁਣ ਗਲਿਆ। ਜਦੋਂ ਤੂੰ ਰੱਬ ਦਾ ਨਾਮ ਜਪਣੋਂ ਹਟ ਗਿਆ ਨਾ, ਬਾਣੀ ਪੜ੍ਹਨੋਂ ਹਟ ਗਿਆ, ਤੇਰੇ ਅੰਦਰੋਂ ਜਿਹੜੇ ਤੇਰੇ ਚੰਗੇ ਗੁਣ ਸੀ ਉਹ ਗਲਣੇ ਸ਼ੁਰੂ ਹੋ ਗਏ। ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਗੁਣ ਗਲ ਗਏ, ਤੇਰੇ ਅੰਦਰੋਂ ਸੱਚ ਨਿਕਲ ਗਿਆ। ਤੂੰ ਸੱਚ ਨਹੀਂ ਬੋਲਦਾ, ਪੈਰ ਪੈਰ 'ਤੇ ਝੂਠ ਬੋਲਦਾ, ਤੇਰੇ ਅੰਦਰ ਸੰਤੋਖ ਨਹੀਂ ਹੈਗਾ, ਤੂੰ ਕਾਹਲੇਪਣ ਦੇ ਵਿੱਚ ਆ ਗਿਆ,
तेरे कोले धीरज नहीं हैगा। सत संतोख दया, तेरे अंदरों दया वाला गुण खत्म हो गया। हुण तू किसे ते दया नहीं करदा। गवांढी दा जवाक भुखा सौंदा होवे, तेरे च इन्नी दया नहीं हैगी भी तू गवांढी दे जवाक दे मूँह दे विच रोटी पाया। असीं माड़े मंगतिਆਂ ਵੱਲ, ਉਹਨਾਂ ਵੱਲ ਭੱਜ ਭੱਜ ਕੇ ਪੈਂਦੇ ਹਾਂ, ਉਹਨਾਂ ਨੂੰ ਕਿੰਨਾ ਕੁਝ ਕਹਿ ਦਿੰਦੇ ਹਾਂ ਅਸੀਂ। ਸਾਡੇ ਅੰਦਰ ਕੀ ਹੈ? ਦਇਆ ਨਹੀਂ ਹੈਗੀ। ਤੇ ਕਹਾਉਣੇ ਕੀ ਹੈ ਜੀ ਅਸੀਂ? ਧਰਮੀ। ਪਰ ਜਿੰਨਾ ਸਿੱਖਾ, ਜਿੰਨਾ ਚਿਰ ਤੇਰੇ ਅੰਦਰ ਦਇਆ ਨਹੀਂ ਹੈਗੀ, ਉਹਨਾਂ ਚਿਰ ਤੂੰ ਧਰਮੀ ਨਹੀਂ ਹੋ ਸਕਦਾ। ਕਿਉਂਕਿ ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮੀ ਹੋਣਾ ਨਾ ਤੂੰ, ਜੇ ਤੇਰੇ ਅੰਦਰ ਦਇਆ ਹੋਊਗੀ ਫੇਰ ਧਰਮ ਪੈਦਾ ਹੋਣਾ ਦਇਆ ਤੋਂ ਅੱਗੇ। ਤੇਰੇ ਵਿੱਚ ਇਹ ਗੁਣ ਖਤਮ ਹੋ ਗਏ। ਸਤ ਸੰਤੋਖ ਦਇਆ ਧਰਮ ਧੀਰਜ, ਤੇਰੇ ਕੋਲੇ ਧੀਰਜ ਵੀ ਨਹੀਂ ਹੈਗਾ ਨਾ। ਧੀਰਜ ਛੱਡ ਚੁੱਕੇ ਹਾਂ ਅਸੀਂ ਅਰਦਾਸ ਬੇਨਤੀ ਕੀਤੀ, ਜੇ ਨਹੀਂ ਪੂਰੀ ਹੋਈ ਤਾਂ ਕਿਸੇ ਹੋਰ ਦਰ ਤੇ। ਜਿਵੇਂ ਇੱਕ ਮੰਗਤੇ ਨੂੰ ਇੱਕ ਦਰ ਤੋਂ ਰੋਟੀ ਨਾ ਮਿਲੇ ਤਾਂ ਮੰਗਤਾ ਦੂਜੇ ਦਰ ਤੇ ਚਲਿਆ ਜਾਂਦਾ ਹੈ। ਮੰਗਤੇ ਨੂੰ ਵਿਸ਼ਵਾਸ ਨਹੀਂ ਰਿਹਾ ਵੀ ਹਾਂ ਮੰਗਤੇ ਦੇ ਅੰਦਰ ਧੀਰਜ ਨਹੀਂ ਹੈਗਾ ਵੀ ਮੈਨੂੰ ਰੋਟੀ ਇਹ ਘਰ ਰੋਟੀ ਦੇਣਗੇ, ਪਰ ਉਹਦੇ ਕੋਲੇ ਧੀਰਜ ਖਤਮ ਹੋ ਗਿਆ। ਉਹ ਬਹੁਤਾ ਚਿਰ ਉਡੀਕਦਾ ਹੀ ਨਹੀਂ ਹੈਗਾ। ਸਾਡੇ ਅੰਦਰੋਂ ਇਹ ਗੁਣ ਖਤਮ ਹੋ ਗਏ। ਕਿਉਂ ਖਤਮ ਹੋ ਗਏ? ਕਿਉਂਕਿ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣੋਂ ਹਟ ਗਏ, ਉਹਦੀ ਬਾਣੀ ਪੜ੍ਹਨੋਂ ਹਟ ਗਏ। ਬਾਣੀ ਪੜ੍ਹ ਕੇ ਸਾਡੇ 'ਚ ਇਹ ਗੁਣ ਆਉਣੇ ਸੀ ਤੇ ਬਾਣੀ ਅਸੀਂ ਛੱਡਤੀ ਤੇ ਸਾਡੇ ਵਿੱਚੋਂ ਇਹ ਗੁਣ ਖਤਮ ਹੋ ਗਏ। ਸਾਡੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ, ਇਹ ਗੁਣ ਸਾਡੇ ਖਤਮ ਹੋ ਗਏ। ਸਾਡੇ 'ਚ ਕਾਲਾਪਣ ਆ ਗਿਆ, ਸਾਡੇ 'ਚ ਸੰਤੋਖ ਨਹੀਂ ਰਿਹਾ। ਸਾਡਾ ਮਸਲਾ ਕਿੱਥੋਂ ਤੱਕ ਹੈ? ਸਹਿਸ ਖਟੇ ਲੱਖ ਕੋ ਉੱਠ ਧਾਵੈ। ਕਹਿੰਦੇ ਹਜ਼ਾਰਾਂ ਕਮਾਉਂਦਾ ਹੁਣ ਤੂੰ ਲੱਖਾਂ ਦੇ ਵੱਲ ਤੇਰੀ ਦੌੜ ਹੋ ਗਈ। ਤੇਰੇ ਅੰਦਰੋਂ ਜਿਹੜਾ ਸੰਤੋਖ ਹੈ ਉਹ ਖਤਮ ਹੋ ਗਿਆ। ਤੇ ਸਿੱਖ ਦਾ ਰਿਸ਼ਤਾ ਹੀ ਪ੍ਰੇਮ ਦਾ ਜੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਜੀ ਕਹਿੰਦੇ ਜਿਹਨੇ ਮੈਨੂੰ ਪ੍ਰੇਮ ਕੀਤਾ ਨਾ, ਮੈਂ ਤਾਂ ਉਸੇ ਦਾ ਹੀ ਬਣ ਗਿਆ। ਹਾਂ, ਪ੍ਰੇਮ ਹੈ ਜਿਹੜਾ ਉਹ ਤੇਰਾ ਦਿਲ ਤੋਂ ਹੋਣਾ ਚਾਹੀਦਾ ਹੈ। ਉੱਤੋਂ ਨਾ ਕਿਤੇ ਉੱਤੋਂ ਪ੍ਰੇਮ ਕਰਕੇ ਦਿਖਾਈ ਜਾਵੇਂ। ਮੈਂ ਤਾਂ ਤੇਰੇ ਅੰਦਰ ਦੀ ਜਾਣਦਾ। ਜਿਹੜੀਆਂ ਤੂੰ ਮੇਰੇ ਨਾਲ ਆ ਕੇ ਪ੍ਰੇਮ ਦੀਆਂ ਗੱਲਾਂ ਕਰਦਾ ਨਾ, ਮੈਂ ਜਾਣਦਾ ਵੀ ਤੇਰੇ ਅੰਦਰ ਦਿਲੀ ਪ੍ਰੇਮ ਹੈਗਾ ਜਾਂ ਨਾ ਹੈਗਾ। ਗੁਰੂ ਜੀ ਕਹਿੰਦੇ ਮੇਰੀ ਅਵਸਥਾ ਕੀ ਹੈ? ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਹਿੰਦੇ ਮੈਂ ਬੁਰਿਆਂ ਦੀ ਤੇ ਭਲਿਆਂ ਦੀ ਅੰਦਰ ਦੀ ਪੀਰ ਭਾਵ ਅੰਦਰ ਦੀ ਅਵਸਥਾ ਨੂੰ ਜਾਣਦਾ। ਇਸ ਕਰਕੇ ਗੁਰੂ ਜੀ ਕੋਲੇ ਜਦੋਂ ਵੀ ਆਉਣਾ, ਜਿਹੋ ਜਿਹਾ ਤੂੰ ਕਹਿੰਦੇ ਬਾਹਰੋਂ ਹੈ ਨਾ, ਉਹੋ ਜਿਹਾ ਅੰਦਰੋਂ ਬਣ ਕੇ ਆਇਆ ਕਰ। ਕਿਉਂਕਿ ਗੁਰੂ ਤੇਰੀ ਅੰਦਰ ਦੀ ਗੱਲ ਜਾਣਦਾ ਹੈ, ਅੰਦਰ ਦੀ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਕੰਨ ਮਸਲਾ ਸੂਫ ਗਲ ਦਿਲ ਕਾਤੀ ਗੁੜ ਬਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਕਹਿੰਦੇ ਬਾਹਰੋਂ ਤਾਂ ਦੇਖਣ ਨੂੰ ਤੂੰ ਬੜਾ ਸੋਹਣਾ ਲੱਗਦਾ ਹੈ, ਬੜਾ ਸਾਫ ਸੁਥਰਾ ਲੱਗਦਾ ਹੈ, ਪਰ ਅੰਦਰ ਤਾਂ ਕਹਿੰਦੇ ਅਗਿਆਨਤਾ ਦਾ ਇੰਨਾ ਹਨੇਰਾ ਵੀ ਤੂੰ ਅੰਦਰੋਂ ਕੁਝ ਹੋਰ ਹੈ ਤੇ ਬਾਹਰੋਂ ਕੁਝ ਹੋਰ ਹੈ। ਅੰਦਰ ਤੇਰੇ ਬੜਾ ਹਨੇਰਾ। ਇਸੇ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਰੋਜ਼ਾਨਾ ਦੱਸਦੇ ਹੈ। ਕਹਿੰਦੇ ਤੇਰੀ ਅਵਸਥਾ ਕੀ ਹੈ? ਜਿਉਂ ਮੈਲੇ, ਤੇਰਾ ਅੰਦਰ ਮੈਲ ਹੈ। ਪੜ੍ਹਦੇ ਆ ਨਾ ਜੀ ਆਨੰਦ ਸਾਹਿਬ ਦੇ ਵਿੱਚ, ਤੁਸੀਂ ਹੁਣੀ ਆਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਹਟਿਓ। ਕਹਿੰਦੇ ਜਿਉਂ ਮੈਲੇ, ਬਾਹਰੋਂ ਨਿਰਮਲ। ਬਾਹਰੋਂ ਅਸੀਂ ਦੇਖਣ ਨੂੰ ਬੜੇ ਸਾਫ ਸੁਥਰੇ ਹਾਂ, ਸਾਡਾ ਬਾਣਾ ਬਹੁਤ ਸੋਹਣਾ, 5 ਕਕਾਰੀ ਬਾਣਾ ਪਾਇਆ, ਪਰ ਅੰਦਰ ਸਾਡੇ ਕੀ ਹੈ? ਵਿਸ਼ੇ ਵਿਕਾਰਾਂ ਦੀ ਮੈਲ ਹੈ। ਸਾਨੂੰ ਅੰਦਰੋਂ ਸਾਡੇ ਵਿਸ਼ੇ ਵਿਕਾਰ ਤੰਗ ਕਰਦੇ ਹੈਗੇ। ਬਾਹਰੋਂ ਦੇਖਣ ਨੂੰ ਤੂੰ ਸਿੱਖ ਲੱਗਦਾ ਹੈ, ਪਰ ਅੰਦਰ ਤੇਰੇ ਕੀ ਹੈ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਈਰਖਾ, ਦਵੈਤ, ਸਾੜਾ, ਇਹ ਤੇਰੇ ਅੰਦਰ ਘਰ ਕਰ ਗਿਆ। ਅੱਜ ਸਿੱਖਾਂ ਦੇ ਅੰਦਰ ਇੰਨੀ ਈਰਖਾ ਵੱਧ ਗਈ ਕਿ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ ਸਿੱਖ ਦੇ ਡਾਂਗਾ ਮਾਰੀ ਜਾਂਦਾ।
ਕੱਲ੍ਹ ਹੀ ਇੱਕ WhatsApp ਤੇ ਵੀਡੀਓ ਪਾਈ ਹੈ ਕਿਸੇ ਨੇ, ਸਿੱਖ ਅਰਦਾਸ ਬੇਨਤੀ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਹਜ਼ੂਰੀ ਦੇ ਵਿੱਚ, ਅਰਦਾਸ ਬੇਨਤੀ ਕਰ ਰਿਹਾ ਹੈ। ਬਾਹਰੋਂ ਉਹ ਵੀ ਸਿੱਖ, ਬਾਹਰੋਂ ਇੱਕ ਸਿੱਖ ਆਇਆ, ਉਹਦੇ ਹੱਥ 'ਚ ਡਾਂਗ ਫੜੀ ਹੋਈ ਹੈ ਤੇ ਅਰਦਾਸ ਬੇਨਤੀ ਕਰਦੇ ਸਿੱਖ ਦੇ ਉਹਨੇ ਆ ਕੇ 3-4 ਡਾਂਗਾਂ ਮਾਰੀਆਂ। ਤੇ ਅਸੀਂ ਕੀ ਹੋਏ ਜੀ ਫਿਰ? ਅੰਦਰੋਂ ਤਾਂ ਸਾਡੇ ਮੈਲ ਪਈ ਹੈ ਨਾ, ਬਾਹਰੋਂ ਬੇਸ਼ੱਕ ਅਸੀਂ ਦੇਖਣ ਨੂੰ ਸਿੱਖ ਲੱਗਦੇ ਹਾਂ, ਪਰ ਅੰਦਰ ਕੀ ਹੈ? ਅੰਦਰ ਮੈਲ ਹੈ। ਅਸੀਂ ਤਾਂ ਗ੍ਰੰਥੀ ਸਿੰਘ ਦੇ ਅਰਦਾਸ ਕਰਦੇ ਦੇ ਸੋਟੀਆਂ ਮਾਰ ਦਿੰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਤੇਰਾ ਅੰਦਰ ਮੈਲਾ ਹੋ ਗਿਆ, ਇੰਨਾ ਅੰਦਰ ਮੈਲਾ ਕਰ ਚੁੱਕਿਆ ਕਿ ਤੈਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਹਜ਼ੂਰੀ ਵੀ ਨਹੀਂ ਤੈਨੂੰ ਮਹਿਸੂਸ ਹੁੰਦੀ ਵੀ ਮੈਂ ਹਾਂ ਜਿਹਨੂੰ ਅਸੀਂ ਕਹਿੰਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਜਿਹਨੂੰ ਅਸੀਂ ਰੋਜ਼ਾਨਾ ਕਹਿੰਦੇ ਹਾਂ ਨਾ ਤੁਸੀਂ ਸਾਡੇ ਪਿਤਾ ਜੀ ਹੋ, ਤੁਸੀਂ ਹੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਤੁਸੀਂ ਹੀ ਮੇਰੀ ਮਾਤਾ ਹੋ, ਤੁਸੀਂ ਮੈਨੂੰ ਮਾਤਾ ਵਾਲਾ ਪਿਆਰ, ਪਿਤਾ ਵਾਲਾ ਪਿਆਰ, ਭੈਣਾਂ ਵਾਲਾ ਪਿਆਰ, ਭਰਾਵਾਂ ਵਾਲਾ ਪਿਆਰ ਸਾਰਾ ਤੁਸੀਂ ਦਿੱਤਾ। ਕਹਿੰਦੇ ਤੇਰੇ ਅੰਦਰ ਇੰਨੀ ਮੈਲ ਹੋ ਗਈ, ਇੱਕ ਪਾਸੇ ਕਹੀ ਵੀ ਜਾਂਦਾ ਵੀ ਤੂੰ ਮੇਰਾ ਪਿਤਾ ਹੈ ਤੇ ਇੱਕ ਪਾਸੇ ਪਿਤਾ ਦੇ ਹਜ਼ੂਰੀ ਦੇ ਵਿੱਚ ਪਿਤਾ ਨੂੰ ਕੋਲ ਹੁੰਦੇ ਹੀ ਤੂੰ ਦੂਸਰੇ ਸਿੱਖ ਨੂੰ ਸਿੱਖੀ ਡਾਂਗਾ ਮਾਰੀ ਜਾਂਦੇ ਨੇ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਮੈਲੇ। ਉਹਨਾਂ ਦਾ ਹਾਲ ਕੀ ਹੋਊਗਾ ਜੀ ਜਿਹੜੇ ਅੰਦਰੋਂ ਮੈਲੇ ਨੇ ਤੇ ਬਾਹਰੋਂ ਆਪਣੇ ਆਪ ਨੂੰ ਧਰਮੀ ਕਹਾਉਂਦੇ ਨੇ? ਉਹਨਾਂ ਦਾ ਹਾਲ ਕੀ ਹੋਣਾ? ਤਿਨੀ ਜਨਮ ਜੂਏ ਹਾਰਿਆ। ਉਹਨਾਂ ਨੇ ਤਾਂ ਕਹਿੰਦੇ ਆਪਣਾ ਜਨਮ ਜੂਏ ਦੇ ਵਿੱਚ ਹਾਰਤਾ। ਜੂਆ ਹੀ ਹੈ ਜੀ। ਜੂਆ ਕੀ ਹੁੰਦਾ? ਧੋਖਾ। ਜੂਆ ਕਿਹਨੂੰ ਕਹਿੰਦੇ ਨੇ? ਜਿੱਥੇ ਧੋਖਾ ਹੋਵੇ। ਤੇ ਇਹ ਵੀ ਧੋਖਾ ਹੀ ਕਰ ਰਹੇ ਹਾਂ ਅਸੀਂ ਆਪਣੇ ਆਪ ਨਾਲ। ਕਹਿੰਦੇ ਤੂੰ ਤਾਂ ਇਸ ਧੋਖੇ ਦੇ ਵਿੱਚ ਹੀ ਆਪਣਾ ਜੀਵਨ ਸਾਰਾ ਗਵਾ ਦਿੱਤਾ। ਤੂੰ ਆਪਣੇ ਆਪ ਨੂੰ ਧਰਮੀ ਸਮਝੀ ਜਾਂਦਾ, ਪਰ ਧਰਮੀ ਤੂੰ ਹੈ ਨਹੀਂ ਗਾ। ਇਸ ਜੂਏ ਦੇ ਵਿੱਚ ਤੂੰ ਧੋਖਾ ਖਾ ਚੁੱਕਿਆ, ਖਾ ਚੁੱਕਿਆ ਤੂੰ ਧੋਖਾ। ਲੋਕ ਤੈਨੂੰ ਸਿੱਖ ਕਹਿੰਦੇ ਨੇ ਵੀ ਗੁਰੂ ਕਾ ਸਿੱਖ ਹੈ, ਪਰ ਜੀਭ ਤੇ ਤੇਰੇ ਹਰ ਵੇਲੇ ਝੂਠ ਰਹਿੰਦਾ, ਹਰ ਵੇਲੇ ਝੂਠ ਰਹਿੰਦਾ ਤੇਰੇ ਜੀਭ ਦੇ ਉੱਪਰ। ਕੰਨਾਂ ਦੇ ਵਿੱਚ ਹਰ ਸਮੇਂ ਤੇਰੇ ਲੋਕਾਂ ਦੀਆਂ ਚੁਗਲੀਆਂ, ਲੋਕਾਂ ਦੀ ਨਿੰਦਿਆ ਸੁਣਦਾ ਰਹਿਣਾ ਕੰਨਾਂ ਦੇ ਨਾਲ। ਐਸ ਜੀਭ ਦੇ ਨਾਲ ਤੂੰ ਲੋਕਾਂ ਦੀ ਨਿੰਦਿਆ ਚੁਗਲੀ ਕਰਦਾ ਰਹਿਣਾ, ਝੂਠ ਬੋਲਦਾ ਰਹਿਣਾ। ਅੱਖਾਂ ਤੇਰੀਆਂ ਪਰਾਇਆ ਰੂਪ ਵੇਖਦੀਆਂ ਰਹਿੰਦੀਆਂ ਨੇ ਤੇ ਲੋਕ ਤੈਨੂੰ ਕਹਿੰਦੇ ਨੇ ਗੁਰੂ ਕਾ ਸਿੱਖ। ਇਹ ਕੀ ਹੈ? ਤੂੰ ਧੋਖਾ ਕਰ ਰਿਹਾ ਹੈ ਆਪਣੇ ਆਪ ਦੇ ਨਾਲ ਤੇ ਤੇਰਾ ਜਨਮ ਜੂਏ ਦੇ ਵਿੱਚ ਹਾਰਿਆ ਜਾ ਰਿਹਾ ਹੈ। ਤਿਨੀ ਜਨਮ ਜੂਏ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲੱਗਾ। ਮਰਨ ਮਨੋਂ ਵਿਸਾਰਿਆ, ਤੇ ਤ੍ਰਿਸ਼ਨਾ ਦਾ ਬੜਾ ਵੱਡਾ ਤੈਨੂੰ ਰੋਗ ਲੱਗਿਆ ਹੋਇਆ ਹੈ। ਤ੍ਰਿਸ਼ਨਾ ਭਾਵ ਲਾਲਚ ਕਰਕੇ ਤੂੰ ਝੂਠ ਬੋਲਦਾ ਹੈ, ਲਾਲਚ ਕਰਕੇ ਤੂੰ ਗਵਾਂਢੀ ਦਾ ਨੁਕਸਾਨ ਕਰਦਾ ਹੈ, ਲਾਲਚ ਕਰਕੇ ਰਿਸ਼ਤੇਦਾਰ ਦੋਸਤਾਂ ਮਿੱਤਰਾਂ ਦਾ ਨੁਕਸਾਨ ਕਰਦਾ। ਤੇਰੇ ਅੰਦਰ ਤ੍ਰਿਸ਼ਨਾ ਦਾ ਬੜਾ ਵੱਡਾ ਰੋਗ ਲੱਗ ਚੁੱਕਿਆ ਕਹਿੰਦੇ। ਤੇ ਇਸੇ ਤ੍ਰਿਸ਼ਨਾ ਦੇ ਵਿੱਚ ਹੀ ਤੂੰ ਆਪਣਾ ਸਾਰਾ ਜਨਮ ਅਜਾਈਂ ਗਵਾ ਰਿਹਾ। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉਂ ਬੇਤਾਲਿਆ। ਵੇਦਾਂ ਦਾ ਭਾਵ ਧਾਰਮਿਕ ਗ੍ਰੰਥ। ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੀ ਤੈਨੂੰ ਸਿੱਖਿਆ ਦਿੱਤੀ ਗਈ ਹੈ ਉਹ ਤਾਂ ਤੂੰ ਸੁਣਦਾ ਨਹੀਂ। ਸਿੱਖਿਆ ਕੀ ਦਿੱਤੀ ਹੈ ਗੁਰੂ ਜੀ ਨੇ ਜੀ ਸਾਨੂੰ? ਗੁਰੂ ਜੀ ਕਹਿੰਦੇ ਨਾ, ਪਰਤਰਿਆ ਰੂਪ ਨਾ ਪੇਖੈ ਨੇਤਰ। ਇਹਨਾਂ ਅੱਖਾਂ ਨਾਲ ਪਰਾਇਆ ਰੂਪ ਨਾ ਵੇਖਿਆ ਕਰ। ਮਿਥਿਆ ਨਾਹੀ ਰਸ ਨਾ ਪਰਸ। ਸੁਖਮਨੀ ਸਾਹਿਬ ਦੀ ਬਾਣੀ ਆਮ ਆਪਾਂ ਘਰਾਂ 'ਚ ਪੜ੍ਹਦੇ ਹਾਂ ਜੀ। ਬਸ ਦੁੱਖ ਕੀ ਹੈ ਜੀ, ਅਸੀਂ ਪੜ੍ਹ ਕੇ ਲੰਘੀ ਜਾਂਦੇ ਹਾਂ, ਬਾਣੀ ਨੂੰ ਵਿਚਾਰਿਆ ਨਹੀਂ। ਸਾਨੂੰ ਬਾਬੇ ਕਹਿ ਦਿੰਦੇ ਆ ਤੁਸੀਂ ਸੁਖਮਨੀ ਸਾਹਿਬ ਦੇ 5 ਪਾਠ 10 ਪਾਠ ਕਰਨੇ ਹੀ ਕਰਨੇ। ਸਾਨੂੰ ਕੀ ਗਿਣਤੀਆਂ ਮਿਣਤੀਆਂ ਦੇ ਵਿੱਚ ਉਲਝਾਤਾ। ਗੁਰਬਾਣੀ ਗਿਣਤੀ ਮਿਣਤੀ ਦਾ ਵਿਸ਼ਾ ਨਹੀਂ, ਗੁਰਬਾਣੀ ਸਮਝਣ ਦਾ ਵਿਸ਼ਾ ਹੈ ਵੀ ਮੇਰੇ ਪਿਤਾ ਜੀ ਨੇ, ਮੇਰੇ ਪਿਓ ਨੇ ਸਾਨੂੰ ਆਖਿਆ ਕੀ ਹੈ। ਗਿਣਤੀਆਂ ਮਿਣਤੀਆਂ ਦੇ ਪਾਠਾਂ 'ਚ ਨਹੀਂ ਸਾਨੂੰ ਗੁਰੂ ਜੀ ਜੋੜ ਕੇ ਗਏ। ਗੁਰੂ ਜੀ ਤਾਂ ਕਹਿੰਦੇ ਗਣਤ ਹੈ ਪ੍ਰਭੂ ਨਾ ਪਾਈਐ ਬਿਨ ਸੱਚੀ ਸਿੱਖੰਗ। ਕਹਿੰਦੇ ਭਾਈ ਗਿਣਤੀਆਂ ਮਿਣਤੀਆਂ ਦੇ ਨਾਲ ਉਹ ਪਰਮੇਸ਼ਰ ਨਹੀਂ ਮਿਲਦਾ। ਜੇ ਗੁਰੂ ਦੀ ਸੱਚੀ ਸਿੱਖਿਆ ਨਹੀਂ ਕਮਾਏਗਾ ਤਾਂ ਗਿਣਤੀਆਂ ਮਿਣਤੀਆਂ ਦੇ ਪਾਠ ਜਿੰਨੇ ਮਰਜ਼ੀ ਕਰੀ ਚੱਲ। ਗੁਰੂ ਜੀ ਕਹਿੰਦੇ ਨਾ, ਕਹਿੰਦੇ ਤੂੰ ਐਸ ਜੀਵ ਦੇ ਨਾਲ ਝੂਠ ਲੱਗਣ ਵੀ ਨਾ ਦਿਆ ਕਰ। ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼। ਇਹ ਧਾਰਮਿਕ ਗ੍ਰੰਥਾਂ ਦਾ ਸਾਨੂੰ ਕੀ ਹੈ ਜੀ? ਗਿਆਨ ਦਿੱਤਾ ਹੋਇਆ।
ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਇਹਨਾਂ ਅੱਖਾਂ ਦੇ ਨਾਲ ਪਰਾਇਆ ਰੂਪ ਨਾ ਵੇਖਿਆ ਕਰ। ਪਰ ਬੇਟੀ ਕੋ ਬੇਟੀ ਜਾਣੈ, ਪਰ ਇਸਤਰੀ ਕੋ ਮਾਤ ਬਖਾਣੈ। ਕਹਿੰਦੇ ਪਰਾਏ ਦੀ ਧੀ ਨੂੰ ਆਪਣੀ ਧੀ ਜਾਣਿਆ ਕਰ, ਆਪਣੇ ਤੋਂ ਵੱਡੀ ਨੂੰ ਮਾਤਾ, ਛੋਟੀ ਨੂੰ ਧੀ ਤੇ ਬਰਾਬਰ ਦੀ ਨੂੰ ਭੈਣ ਸਮਝਿਆ ਕਰ। ਪਰ ਅੱਜ ਅਸੀਂ ਨਹੀਂ ਸਮਝਦੇ। ਇਸ ਕਰਕੇ ਕੀ ਹੈ, ਅੰਦਰੋਂ ਅਸੀਂ ਮੈਲੇ ਆ, ਬਾਹਰੋਂ ਕਿਸੇ ਨੂੰ ਕਹਿੰਦੇ ਆ ਧੀਏ, ਪਰ ਅੰਦਰ ਕੀ ਹੈ, ਅੰਦਰ ਬਕਾਰ ਚੱਲੀ ਜਾਂਦੇ ਨੇ ਸਾਡੇ। ਬਾਹਰੋਂ ਕਿਸੇ ਨੂੰ ਕਹਿੰਦੇ ਆ ਭੈਣ ਜੀ, ਪਰ ਅੰਦਰ ਕੀ ਹੈ, ਅੰਦਰੋਂ ਭੈਣ ਜੀ ਨਹੀਂ ਕਹਿ ਰਹੇ। ਜਿੱਦਣ ਅਸੀਂ ਅੰਦਰੋਂ ਭੈਣ ਜੀ ਕਹਿ ਦਿੱਤਾ ਤਾਂ ਸਾਰਾ ਸੰਸਾਰ ਬੜਾ ਸੋਹਣਾ ਬਣ ਜਾਊਗਾ। ਫਿਰ ਸਾਡੀਆਂ ਧੀਆਂ ਨੂੰ ਡਰ ਨਹੀਂ ਰਹਿਣਾ ਸਕੂਲ ਕਾਲਜ ਜਾਂਦੀਆਂ ਨੂੰ, ਜੇ ਕਿਤੇ ਅਸੀਂ ਅੰਦਰੋਂ ਧੀ ਤੇ ਅੰਦਰੋਂ ਭੈਣ ਕਹਿਣ ਲੱਗ ਜਾਈਏ। ਹੁਣ ਨਹੀਂ ਕਹਿੰਦੇ, ਤਾਈਓ ਸੰਸਾਰ ਸਾਰਾ ਗੰਧਲਾ ਹੋ ਗਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾਂ ਮਹਿ ਨਾਮ ਉਤਮ, ਸੋ ਸੁਣੇ ਨਾਹੀ। ਫਿਰੇ ਜਿਉਂ ਬੇਤਾਲਿਆ। ਬੇਤਾਲਿਆ ਕਹਿੰਦੇ ਮੂਰਖਾਂ ਵਾਂਗੂ ਫਿਰਦਾ। ਗੁਰੂ ਜੀ ਸਾਨੂੰ ਕੀ ਹੈ, ਮਿੱਠੀਆਂ ਝਿੜਕਾਂ ਮਾਰਦੇ ਨੇ, ਸਮਝਾਉਂਦੇ ਆ ਸਾਨੂੰ। ਕਹਿੰਦੇ ਸਾਰਾ ਜਨਮ ਕਹਿੰਦੇ ਅਜਾਈ ਗਵਾਤਾ, ਐਵੇਂ ਮੂਰਖਾਂ ਦੀ ਤਰ੍ਹਾਂ ਕਹਿੰਦੇ ਆਪਦੀ ਜ਼ਿੰਦਗੀ ਨੂੰ ਤੂੰ ਜਿਉਂ ਰਿਹਾ। ਕਹਿ ਨਾਨਕ ਜਿਨ ਸੱਚ ਤਜਿਆ, ਕਹਿੰਦੇ ਜਿਹਨੇ ਸੱਚ ਨੂੰ ਛੱਡਤਾ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਸੱਚ ਨੂੰ ਛੱਡਣਾ ਕੀ ਹੈ ਜੀ, ਆਪਣੇ ਅੰਦਰੋਂ ਸੱਚ ਨੂੰ ਖਤਮ ਕਰ ਦੇਣਾ। ਆਪਣੇ ਅੰਦਰੋਂ ਸੱਚ ਨੂੰ, ਸੱਚ ਦੀ ਆਵਾਜ਼ ਨੂੰ ਸੁਣਨਾ ਹੀ ਨਾ। ਸਾਡੀ ਜ਼ਮੀਰ ਹੈ ਜਿਹੜੀ, ਉਹ ਸਾਨੂੰ ਆਵਾਜ਼ ਦਿੰਦੀ ਹੈ ਸੱਚ ਦੀ, ਉਹਨੂੰ ਅਸੀਂ ਸੁਣਦੇ ਨਹੀਂ ਤੇ ਅਸੀਂ ਝੂਠ ਦੇ ਨਾਲ ਜੁੜੇ ਹੋਏ ਹਾਂ। ਕਹਿੰਦੇ ਜਿਹਨੇ ਅੰਦਰੋਂ ਸੱਚ ਨੂੰ ਛੱਡਤਾ, ਕਹਿ ਨਾਨਕ ਜਿਨ ਸੱਚ ਤਜਿਆ, ਤਜਿਆ ਕਹਿਣਾ ਛੱਡਣਾ, ਕੂੜੇ ਲਾਗੇ ਝੂਠ ਦੇ ਨਾਲ ਲੱਗ ਗਏ, ਤਿਨੀ ਜਨਮ ਜੂਐ ਹਾਰਿਆ। ਉਹਨੇ ਤਾਂ ਆਪਣਾ ਜਨਮ ਜੂਏ ਦੇ ਵਿੱਚ ਹਾਰਤਾ। ਭਾਵ ਆਪਣੇ ਆਪ ਨਾਲ ਧੋਖਾ ਕਰ ਰਿਹਾ ਹੈ, ਕਹਾਰ ਹੈ ਆਪਣੇ ਆਪ ਨੂੰ ਧਰਮੀ, ਤੇ ਧਰਮੀ ਹੈ ਨਹੀਂਗਾ। ਇਹ ਪਾਤਸ਼ਾਹ ਨੇ ਸਾਨੂੰ ਦੱਸਿਆ, ਜਿਨ੍ਹਾਂ ਦਾ ਅੰਦਰ ਮੈਲਾ ਹੈ ਉਹਨਾਂ ਦੀ ਹਾਲਤ ਦੱਸੀ ਹੈ। ਤੇ ਨਾਲ ਨਾਲ ਪਾਤਸ਼ਾਹ ਜੀ ਸਾਨੂੰ ਜਿਨ੍ਹਾਂ ਦਾ ਅੰਦਰ ਨਿਰਮਲ ਹੈ, ਗੁਰੂ ਅਮਰਦਾਸ ਪਿਤਾ ਜੀ ਅਗਲੇ ਪਹਿਰੇ ਦੇ ਵਿੱਚ, ਅਗਲੇ ਸ਼ਬਦ ਦੇ ਵਿੱਚ ਸਾਨੂੰ ਦੱਸਦੇ ਆ। ਕਹਿੰਦੇ ਜਿਨ੍ਹਾਂ ਦਾ ਅੰਦਰ ਨਿਰਮਲ ਹੈ ਨਾ, ਭਾਵ ਜਿਹੜੇ ਅੰਦਰੋਂ ਬਾਹਰੋਂ ਇੱਕ ਨੇ, ਉਹ ਕਿਹੋ ਜਿਹੇ ਉਹਨਾਂ ਦਾ ਜੀਵਨ ਹੁੰਦਾ, ਉਹ ਵੀ ਆਪਾਂ ਸੁਣ ਲਈਏ ਗੁਰੂ ਤੋਂ। ਕਿਉਂਕਿ ਗੁਰੂ ਤੋਂ ਅਸੀਂ ਆਪਣੇ ਜੀਵਨ ਬਾਰੇ ਸੁਣਨਾ ਹੈ। ਗੁਰੂ ਜੀ ਸਾਨੂੰ ਤਾਂ ਸਾਡੀ ਗੱਲ ਸੁਣਾਓ, ਅਸੀਂ ਤੁਹਾਡੇ ਕੋਲੇ ਆਏ ਹਾਂ ਚੱਲ ਕੇ, ਅਸੀਂ ਆਪਣਾ ਭਲਾ ਕਰਵਾਉਣ ਵਾਸਤੇ ਆਏ ਹਾਂ, ਸਾਨੂੰ ਸਾਡੀ ਗੱਲ ਦੱਸੋ ਵੀ ਅਸੀਂ ਕਿੱਥੇ ਖੜੇ ਹਾਂ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਨੜੇ ਗਿਰੀਵਾਨ ਮੈਂ। ਆਪਨੜੇ ਗਿਰੀਵਾਨ ਭਾਵ ਆਪਣੇ ਅੰਦਰ ਝਾਤੀ ਮਾਰ, ਆਪਨੜੇ ਗਿਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਕਹਿੰਦੇ ਤੂੰ ਆਪਣੇ ਆਪ ਦੀ ਪੜਚੋਲ ਕਰਿਆ ਕਰ। ਐਵੇਂ ਲੋਕਾਂ ਦੀਆਂ ਗੱਲਾਂ ਕਰੀ ਜਾਂਦਾ, ਫਲਾਣਾ ਸਿੱਖ ਆਏ ਆ ਜੀ, ਧਿਉਂਕਾਂ ਆਏ ਆ ਜੀ, ਫਲਾਣੇ ਧਰਮ ਵਾਲੇ ਆਏ ਨੇ। ਉਹ ਕਹਿੰਦੇ ਪਹਿਲਾਂ ਆਪਣੀ ਮੰਜੀ ਥੱਲੇ ਸੋਟੀ ਮਾਰ ਵੀ ਤੂੰ ਕਿੱਥੇ ਕੁ ਖੜਾ ਹੈ। ਤੇਰਾ ਤਾਂ ਅੰਦਰੋਂ ਸਟੈਂਡ ਹਿੱਲਿਆ ਪਿਆ ਸਾਰਾ, ਤੇ ਤੂੰ ਦੂਸਰਿਆਂ ਨੂੰ ਤੋਹਮਤਾਂ ਲਾਉਣ ਤੇ ਦੂਸਰਿਆਂ ਦੇ ਵਿੱਚ ਨੁਕਸ ਕੱਢਣ ਤੇ ਹਰ ਸਮੇਂ ਲੱਗਿਆ ਰਹਿਣਾ। ਆਪਣੇ ਅੰਦਰ ਝਾਤੀ ਮਾਰ। ਪਾਤਸ਼ਾਹ ਜੀ ਕੀ ਦੱਸਦੇ ਆ, ਜਿਹੜੇ ਅੰਦਰੋਂ ਨਿਰਮਲ ਨੇ, ਪਹਿਲਾਂ ਜਿਹੜੇ ਅੰਦਰੋਂ ਮੈਲੇ ਨੇ ਬਾਹਰੋਂ ਨਿਰਮਲ ਕਹਾਉਂਦੇ ਆ। ਅੰਦਰ ਸਿੱਖੀ ਹੈ ਨਹੀਂ, ਬਾਹਰੋਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ। ਪਹਿਲਾਂ ਉਹਨਾਂ ਦੀ ਗੱਲ ਦੱਸੀ। ਹੁਣ ਗੁਰੂ ਜੀ ਕਹਿੰਦੇ ਜਿਹੜੇ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਨੇ, ਜਿਹੜੇ ਮੂੰਹ ਤੋਂ ਜਿਹੜਾ ਕੁਝ ਬੋਲਦੇ ਆ ਉਹੀ ਉਹਨਾਂ ਦੇ ਅੰਦਰ ਹੈ। ਉਹਨਾਂ ਦਾ ਕੀ ਜੀਵਨ ਹੁੰਦਾ ਹੈ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ। ਗੁਰੂ ਜੀ ਕਹਿੰਦੇ ਬਾਹਰੋਂ ਤੈਨੂੰ ਤਾਂ ਨਿਰਮਲ ਮੰਨਿਆ ਜਾਊਗਾ ਜੇ ਕਿਤੇ ਤੇਰਾ ਅੰਦਰ ਨਿਰਮਲ ਹੋ ਜੇ। ਨਿਰਮਲ ਕੀ ਹੁੰਦਾ ਜੀ, ਨਿਰਮਲ, ਮਲ ਕਹਿੰਦੇ ਆ ਮੈਲ ਨੂੰ, ਮੈਲ ਤੋਂ ਰਹਿਤ ਹੋ ਜੇ, ਭਾਵ ਤੇਰੇ ਅੰਦਰ ਵਿਸ਼ੇ ਵਿਕਾਰ ਖਤਮ ਹੋ ਜਾਣ, ਤੇਰੇ ਅੰਦਰੋਂ ਸਾੜਾ ਖਤਮ ਹੋ ਜੇ। ਹੁਣ ਤਾਂ ਤੂੰ ਹਰ ਇੱਕ ਵੱਲ ਵੇਖ ਕੇ ਸੜਦਾ ਹੈ। ਜੇ ਸਾਡਾ ਗਵਾਂਢੀ ਨਵੀਂ ਗੱਡੀ ਲੈ ਆਵੇ ਨਾ, ਸਾਡਾ ਗਵਾਂਢੀ, ਪੈਸੇ ਉਹਨੇ ਲਾਏ, ਨਵੀਂ ਗੱਡੀ ਉਹ ਲੈ ਕੇ ਆਇਆ, ਤੇ ਸੜ ਅਸੀਂ ਗਏ ਤੇ ਵਧਾਈਆਂ ਵੀ ਦੇਈ ਜਾਂਦੇ ਆ
ਵੀਰ ਜੀ ਵਧਾਈਆਂ ਹੋਣ, ਨਵੀਂ ਗੱਡੀ ਲਿਆਂਦੀ, ਪਰ ਅੰਦਰੋਂ ਕੀ ਹੈ ਵੀ ਇਹਨੇ ਕਿੱਥੇ ਠੱਗੀ ਮਾਰ ਲਈ, ਲਿਆਇਆ ਕਿੱਥੋਂ ਇਹ ਸਾਡੇ ਅੰਦਰ ਚੱਲਦਾ। ਇਹ ਕੀ ਹੈ ਜੀ? ਈਰਖਾ, ਸਾੜਾ। ਗਵਾਂਢੀ ਨੇ ਮਕਾਨ ਬਣਾਇਆ, ਛੱਤ ਤੇ ਵੀ ਗਿਆ, ਨਾਲ ਛੱਤ ਵੀ ਪਵਾ ਕੇ ਆਇਆ, ਛੱਤ ਪੈਣ ਤੋਂ ਬਾਅਦ ਵਧਾਈਆਂ ਵੀ ਦਿੰਦਾ, ਪਰ ਅੰਦਰੋਂ ਅੰਦਰ ਹੀ ਸਾਰੀ ਦਿਹਾੜੀ ਇਹ ਖਲਬਲੀ ਲੱਗੀ ਰਹੀ ਵੀ ਇਹਨੇ ਮਕਾਨ ਕਿੱਥੋਂ ਪਾ ਲਿਆ, ਇੰਨੇ ਪੈਸੇ ਕਿੱਥੋਂ ਆ ਗਏ। ਇਹ ਸਾਡੇ ਅੰਦਰ ਹੀ ਈਰਖਾ। ਗੁਰੂ ਜੀ ਕਹਿੰਦੇ ਤੇਰੇ ਅੰਦਰੋਂ ਇਹ ਮੈਲ ਖਤਮ ਤਾਂ ਹੋਊਗੀ ਜੇ ਕਿਤੇ ਤੂੰ ਅੰਦਰੋਂ ਨਿਰਮਲ ਹੋਏਗਾ। ਅੰਦਰੋਂ ਨਿਰਮਲ ਹੋ ਜਾ, ਬਾਣੀ ਪੜ੍ਹ ਕੇ, ਨਾਮ ਜਪ ਕੇ, ਫਿਰ ਤੇਰੇ ਇਹ ਅੰਦਰੋਂ ਮੈਲ ਖਤਮ ਹੋ ਜੂ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਤੇ ਸਤਿਗੁਰੂ ਦੀ ਕਰਨੀ ਕਮਾਣੀ ਭਾਵ ਸਤਿਗੁਰੂ ਦੀ ਤੇਰੇ ਤੇ ਕਿਰਪਾ ਦੇ ਨਾਲ ਹੀ ਤੂੰ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਸਕਦਾ ਹੈ। ਉਹਦੀ ਕਿਰਪਾ ਮੰਗਿਆ ਕਰ ਆ ਕੇ। ਬੜੇ ਧੀਆਂ ਪੁੱਤ ਮੰਗੇ ਤੂੰ ਗੁਰੂ ਤੋਂ ਆ ਕੇ, ਗੁਰੂ ਨੇ ਧੀਆਂ ਪੁੱਤ, ਦੁੱਧ, ਤੈਨੂੰ ਟਰੈਕਟਰ, ਤੈਨੂੰ ਗੱਡੀਆਂ, ਤੈਨੂੰ ਕਾਰਾਂ, ਤੈਨੂੰ ਮਕਾਨ, ਸਭ ਕੁਝ ਦਿੱਤਾ। ਗੁਰੂ ਜੀ ਕਹਿੰਦੇ ਕਦੇ ਐਦੂ ਅੱਗੇ ਕਦਮ ਵੀ ਪਟਣਾ, ਕਿਤੇ ਆ ਕੇ ਮੰਗ ਲੈ, ਪਾਤਸ਼ਾਹ ਜੀ ਮੇਰੇ ਵਿਸ਼ੇ ਵਿਕਾਰ ਮੈਨੂੰ ਬੜੇ ਤੰਗ ਕਰਦੇ ਐ, ਮੈਨੂੰ ਅੰਦਰੋਂ ਨਿਰਮਲ ਕਰ ਦਿਓ। ਕਦੇ ਆ ਕੇ ਮੰਗ ਤਾਂ ਸਹੀ। ਗੁਰੂ ਤੇ ਕਰਨੀ ਕਮਾਣੀ, ਗੁਰੂ ਦੀ ਮਿਹਰ ਦਾ ਪਾਤਰ ਬਣ, ਗੁਰੂ ਜੀ ਤੇਰੀ ਜ਼ਿੰਦਗੀ ਨੂੰ ਸਵਾਰ ਦੇਣਗੇ। ਕੂੜ ਕੀ ਸੋਏ ਪਹੁੰਚੈ ਨਾਹੀ। ਦੂਸਰੇ ਪਾਸੇ ਸੀ ਉਹਨਾਂ ਨੇ ਕਹਿੰਦੇ ਆਪਣਾ ਜਨਮ ਜੂਏ ਦੇ ਵਿੱਚ ਗਵਾਤਾ। ਜਿਹੜੇ ਬਾਹਰੋਂ ਤਾਂ ਦੇਖਣ ਨੂੰ ਨਿਰਮਲ ਲੱਗਦੇ ਆ ਪਰ ਅੰਦਰ ਮੈਲ ਹੈ। ਤੇ ਇੱਥੇ ਗੁਰੂ ਜੀ ਕਹਿੰਦੇ ਜਿਹੜੇ ਅੰਦਰੋਂ ਬਾਹਰੋਂ ਨਿਰਮਲ ਹੋ ਗਏ ਉਹਨਾਂ ਕੋਲੇ ਕੀ ਹੈ? ਕੂੜ ਕੀ ਸੋਏ ਪਹੁੰਚੈ ਨਾਹੀ। ਝੂਠ ਦੀ ਆਵਾਜ਼ ਉਹਨਾਂ ਦੀ ਜ਼ਮੀਰ ਤੱਕ ਪਹੁੰਚਦੀ ਨਹੀਂ, ਪਹੁੰਚਦੀ ਨਹੀਂ ਨਾ। ਕੋਈ ਕਹਿ ਦੇਵੇ ਜਿਹੜਾ ਸਿੱਖ ਹੈ, ਸੱਚਾ ਸਿੱਖ ਹੈ, ਨਿਤਨੇਮੀ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਉਹ ਜਿੱਡਾ ਵੱਡਾ ਮਰਜ਼ੀ ਅਫਸਰ ਹੋਵੇ, ਜੇ ਉਹਨੂੰ ਕਹਿ ਦੇਵੇ ਨਾ ਵੀ ਆ ਇੰਨੀ ਕੁ ਰਿਸ਼ਵਤ ਲੈ ਲਓ ਜੀ, ਸਾਡਾ ਆਹ ਕੰਮ ਕਰ ਦਿਓ, ਉਹ ਕਹਿੰਦਾ ਨਾ ਨਾ, ਰਿਸ਼ਵਤ ਦਾ ਇੱਥੇ ਕੋਈ ਕੰਮ ਨਹੀਂ, ਮੈਂ ਗੁਰੂ ਕਾ ਸਿੱਖ ਹਾਂ। ਮੈਨੂੰ ਮੇਰਾ ਗੁਰੂ ਰੋਜ਼ ਕਹਿੰਦਾ ਗੁਰਦੁਆਰੇ ਗਏ ਨੂੰ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ। ਉਹ ਭਾਈ ਤੂੰ ਮੈਨੂੰ ਰਿਸ਼ਵਤ ਦੇਣ ਨੂੰ ਕਹਿਣਾ, ਰਿਸ਼ਵਤ ਲੈਣ ਨੂੰ ਕਹਿਣਾ, ਮੈਂ ਤੇਰੀ ਇਹ ਜ਼ਹਿਰ ਨਹੀਂ ਆਪਣੇ ਬੱਚਿਆਂ ਦੇ ਮੂੰਹ 'ਚ ਪਾ ਸਕਦਾ, ਕਿਉਂਕਿ ਮੇਰੇ ਗੁਰੂ ਨੇ ਕਿਹਾ ਵੀ ਜੇ ਤੂੰ ਪਰਾਇਆ ਧਨ ਲੈ ਲਿਆ, ਤੂੰ ਪਰਾਇਆ ਧਨ ਲੈ ਲੈ ਨਾ, ਕਿਸੇ ਤੋਂ ਰਿਸ਼ਵਤ ਲੈ ਲਈ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਗੁਰੂ ਜੀ ਕਹਿੰਦੇ ਤੂੰ ਤਾਂ ਸੂਰ ਦਾ ਤੇ ਗਾਂ ਦਾ ਮਾਸ ਖਾ ਲਿਆ। ਬੇਸ਼ੱਕ ਲੋਕਾਂ ਨੂੰ ਕਹੀ ਜਾਂਦਾ ਵੀ ਮੈਂ ਮੀਟ ਨਹੀਂ ਖਾਂਦਾ, ਕਹਿੰਦੇ ਬੇਸ਼ੱਕ ਮੂੰਹ ਤੋਂ ਕਹੀ ਜਾਂਦਾ ਵੀ ਮੈਂ ਮੀਟ ਨਹੀਂ ਖਾਂਦਾ, ਜੇ ਤੂੰ ਰਿਸ਼ਵਤ ਲੈ ਲਈ ਨਾ, ਪਰਾਇਆ ਧਨ ਤੇਰੇ ਕੋਲੇ ਆ ਗਿਆ, ਤਾਂ ਸਮਝ ਲੈ ਤੂੰ ਤਾਂ ਗਊ ਦਾ ਤੇ ਸੂਰ ਦਾ ਮੀਟ ਖਾ ਲਿਆ। ਕਹਿੰਦੇ ਕੂੜ ਕੀ ਸੋਏ ਪਹੁੰਚੈ ਨਹੀਂ। ਕਹਿੰਦੇ ਜਿਹੜੇ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਹੋ ਗਏ, ਭਾਵ ਸਿੱਖ ਬਣ ਗਏ ਗੁਰੂ ਦੀ ਸਿੱਖਿਆ ਲੈ ਕੇ, ਉਹ ਕਹਿੰਦੇ ਨਾ ਭਾਈ ਮੈਨੂੰ ਤਾਂ ਮੇਰਾ ਗੁਰੂ ਰੋਕਦਾ, ਉਹਦੇ ਤੱਕ ਇਹ ਝੂਠ ਦੀ ਆਵਾਜ਼ ਪਹੁੰਚਦੀ ਨਹੀਂ। ਨਹੀਂ ਤਾਂ ਹੁਣ ਕੀ ਹੈ, ਵੱਡੇ ਵੱਡੇ ਅਫਸਰ, ਵੱਡੇ ਵੱਡੇ ਅਫਸਰ ਛੋਟੇ ਛੋਟੇ ਕੰਮਾਂ ਦੇ ਪੈਸੇ ਲਈ ਜਾਂਦੇ ਆ, ਛੋਟੇ ਛੋਟੇ ਕੰਮਾਂ ਦੇ ਅਫਸਰ ਵੱਡੇ ਵੱਡੇ, ਤੇ ਅਗਲੇ ਜਨਮ ਦੇ ਵਿੱਚ ਜਾ ਕੇ ਜਿਹੜੇ ਅਫਸਰ ਹੋ ਕੇ ਲੈਂਦੇ ਆ ਨਾ ਰਿਸ਼ਵਤ, ਅਗਲੇ ਜਨਮ ਦੇ ਵਿੱਚ ਜਾ ਕੇ ਉਹਨਾਂ ਨੇ ਮੰਗਤੇ ਬਣਨਾ। ਕਿਉਂ ਮੰਗਤੇ ਬਣਨਗੇ ਜੀ? ਗੁਰੂ ਜੀ ਕਹਿੰਦੇ ਤੈਨੂੰ ਨਾ ਚੰਗਾ ਭਲਾ ਤੈਨੂੰ ਰੁਜ਼ਗਾਰ ਦਿੱਤਾ ਸੀ, ਚੰਗੀ ਭਲੀ ਤੇਰੀ 40-50 ਹਜ਼ਾਰ ਰੁਪਇਆ ਤਨਖਾਹ ਸੀ, ਤੇਰੇ ਗੁਜ਼ਾਰੇ ਜੋਗੀ, ਪਰ ਤੇਰੀ ਸੁਰਤ ਦੇ ਵਿੱਚ ਨਾ ਮੰਗਤਾ ਵੜ ਗਿਆ ਕਿ ਮੰਗਤਾ, ਉਹ ਮੰਗਤੇ ਨੇ ਤੈਨੂੰ ਰਿਸ਼ਵਤ ਲੈਣ ਵਾਸਤੇ ਮਜਬੂਰ ਕੀਤਾ। ਤੈਨੂੰ ਵਧੀਆ ਤਨਖਾਹ ਮਿਲਦੀ 40-45 ਹਜ਼ਾਰ 50 ਹਜ਼ਾਰ, ਫਿਰ ਵੀ ਤੇਰੀ ਸੁਰਤ ਦੇ ਵਿੱਚੋਂ ਮੰਗਤਾ ਪੜ ਨਹੀਂ ਗਿਆ। ਗੁਰੂ ਜੀ ਕਹਿੰਦੇ ਅਗਲਾ ਜਨਮ ਤੈਨੂੰ ਮੰਗਤੇ ਦਾ ਮਿਲੂ, ਤੇ ਕਹਿਣਗੇ ਆ ਚੱਕ ਠੂਠਾ ਤੇ ਮੰਗ ਮੰਗ ਕੇ ਜ਼ੋਰ ਲਾ ਲੈ। ਇਹ ਕੀ ਹੈ ਜੀ? ਗੁਰੂ ਜੀ ਸਾਨੂੰ ਕਹਿੰਦੇ ਮੰਗਤਾ ਬਣੇਗਾ ਤੂੰ ਅਗਲੇ ਜਨਮ ਦੇ ਵਿੱਚ ਜਾ ਕੇ। ਇਸ ਕਰਕੇ ਭਾਈ ਰਿਸ਼ਵਤ ਨਾ ਲਓ, ਕੋਈ ਵੀ ਕਿਸੇ ਵੀ ਅਹੁਦੇ ਤੇ ਅਸੀਂ ਲੱਗੇ ਹਾਂ, ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰੋ। ਇਹ ਹੈ ਅੰਦਰੋਂ ਤੇ ਬਾਹਰੋਂ ਨਿਰਮਲ ਹੋਣਾ। ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰੋ। ਬੜੇ ਟੀਚਰ ਹੈ ਜਿਹੜੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ, ਆਪਣੇ ਤਣੋਂ ਮਨੋਂ ਧਣੋਂ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਪੜ੍ਹਾ ਦਿੰਦੇ ਆ, ਤੇ ਬੜੇ ਅਜਿਹੇ ਵੀ ਟੀਚਰ ਨੇ ਜਿਹੜੇ ਸਕੂਲ ਦੇ ਵਿੱਚ ਪੜ੍ਹਾਉਂਦੇ ਨਹੀਂ ਤੇ ਘਰੇ ਟਿਊਸ਼ਨ ਤੇ ਵੀ ਪੜ੍ਹਾ ਦਿੰਦੇ ਆ। ਉਹ ਕੀ ਹੋਇਆ ਫਿਰ?
ਤਨਖਾਹ ਲੈ ਕੇ ਸਕੂਲ ਦਾ ਕੰਮ ਨਹੀਂ ਕੀਤਾ, ਤਨਖਾਹ ਲੈ ਕੇ ਤੇ ਆਪਣੇ ਵੱਖਰੇ ਪੈਸੇ ਲੈ ਕੇ ਫੇਰ ਜਵਾਕ ਪੜ੍ਹਾਏ। ਉਹ ਜਿਹੜੀ ਤੈਨੂੰ ਤਨਖਾਹ ਵੀਰਿਆ ਮਿਲਦੀ ਆ ਉਹ ਤੈਨੂੰ ਸਕੂਲ ਦੇ ਵਿੱਚ ਬੱਚੇ ਪੜ੍ਹਾਉਣ ਨੂੰ ਮਿਲਦੀ ਹੈ, ਟਿਊਸ਼ਨ ਵਾਲੇ ਬੱਚਿਆਂ ਨੂੰ ਪੜ੍ਹਾਉਣ ਨੂੰ ਨਹੀਂ ਮਿਲਦੀ। ਪਰ ਹੋ ਰਿਹਾ ਜੀ, ਇਹ ਵੀ ਕੀ ਹੈ, ਇਹ ਵੀ ਹੱਕ ਪਰਾਇਆ, ਇਹ ਵੀ ਹੱਕ ਪਰਾਏ ਦੇ ਵਿੱਚ ਆਉਂਦਾ ਹੈ। ਹੋਰ ਕੀ ਆਉਂਦਾ ਜੀ ਹੱਕ ਪਰਾਏ ਦੇ ਵਿੱਚ? ਇੱਕ ਡਾਕਟਰ ਹੈ, ਸਰਕਾਰੀ ਡਾਕਟਰ, ਉਹ ਉੱਥੇ ਇਮਾਨਦਾਰੀ ਦੇ ਨਾਲ ਆਪਣੇ ਜਿੰਨੇ ਵੀ ਮਰੀਜ਼ ਆਉਂਦੇ ਆ ਸਰਕਾਰੀ ਹਸਪਤਾਲ ਦੇ ਵਿੱਚ ਦੇਖਦਾ ਹੈ, ਉਹਦੀ ਇਮਾਨਦਾਰੀ ਹੈ, ਉਹ ਆਪਣਾ ਕੰਮ ਸਹੀ ਕਰ ਰਿਹਾ ਹੈ। ਪਰ ਇੱਕ ਡਾਕਟਰ ਹੈ ਹਸਪਤਾਲ ਦੇ ਵਿੱਚ ਮਰੀਜ਼ਾਂ ਨੂੰ ਵੇਖ ਨਹੀਂ ਰਿਹਾ ਤੇ ਘਰੇ 100-200 ਰੁਪਈਆ ਫੀਸ ਲੈ ਕੇ ਦੇਖ ਰਿਹਾ ਹੈ। ਉਹ ਕੀ ਹੈ ਫਿਰ? ਉਹ ਵੀ ਪਰਾਇਆ ਹੱਕ ਖਾ ਰਿਹਾ ਹੈ, ਕਿਉਂਕਿ ਤਨਖਾਹ ਕੀ ਹੈ, ਉਹਦੀ ਹੱਕ ਹੈ। ਉਹ ਹੱਕ ਲੈ ਕੇ ਉਹਨੇ ਮਰੀਜ਼ ਹਸਪਤਾਲ ਦੇ ਵਿੱਚ ਹੀ ਦੇਖਣੇ ਸੀ, ਪਰ ਨਹੀਂ ਦੇਖ ਰਿਹਾ, ਉਹ ਪਰਾਇਆ ਹੱਕ ਉਹ ਵੀ ਖਾ ਰਿਹਾ। ਅਸੀਂ ਵੀ, ਸਾਡੇ ਤੇ ਵੀ ਆ ਜੀਏ ਵੀ, ਜੇ ਅਸੀਂ ਇਕੱਲੀ ਅਫਸਰਾਂ ਦੀਆਂ ਗੱਲਾਂ ਕਰੀਏ, ਸਾਡੇ ਤੇ ਵੀ ਲਾ ਲਓ। ਅਸੀਂ ਵੀ ਪਿੰਡਾਂ ਦੇ ਵਿੱਚ ਦੁੱਧ ਵੇਚਦੇ ਹਾਂ, ਦੁੱਧ ਵੇਚਦੇ ਹਾਂ। ਜੇ ਅਸੀਂ ਦੁੱਧ ਦੇ ਵਿੱਚ ਪਾਣੀ ਪਾ ਪਾ ਕੇ ਦਿੰਦੇ ਹਾਂ ਲੋਕਾਂ ਨੂੰ, ਫਿਰ ਕੀ ਹੈ? ਅਸੀਂ ਵੀ ਪਰਾਇਆ ਹੱਕ ਖਾ ਲਿਆ, ਬੇਸ਼ੱਕ ਜਿੰਨਾ ਮਰਜ਼ੀ ਗੁਰਦੁਆਰੇ ਆਉਂਦੀ ਹੋਈ ਹੈ। ਛੋਟਾ ਜਿਹਾ ਕੱਦੂ ਦਾ ਚੂਣਾ ਸ਼ਾਮ ਨੂੰ ਇੰਨਾ ਕੁ ਸੀ, ਉਹਦੇ 'ਚ ਬਲ 'ਚ ਲਾ ਕੇ ਟੀਕਾ ਜਿਹੜਾ ਅਸੀਂ ਮੱਝ ਦੇ ਲਾਉਂਦੇ ਹਾਂ, ਸਵੇਰ ਨੂੰ ਉਹੀ ਚੂਣਾ ਐਡਾ ਵੱਡਾ ਕਰਕੇ ਮੰਡੀ 'ਚ ਵੇਚਤਾ। ਇਹ ਕੀ ਹੈ? ਇਹ ਵੀ ਪਰਾਇਆ ਹੱਕ ਹੀ ਹੋ ਗਿਆ, ਬੇਗਾਨਾ ਹੱਕ ਖਾ ਲਿਆ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ, ਕਾਹਦੇ ਲਈ? ਪੈਸੇ ਲਈ। ਗੁਰੂ ਜੀ ਕਹਿੰਦੇ ਜਿਹੜੇ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਗਏ ਨਾ, ਉਹਨਾਂ ਤੱਕ ਤਾਂ ਇਹ ਝੂਠ ਦੀ ਆਵਾਜ਼ ਪਹੁੰਚਦੀ ਤੱਕ ਨਹੀਂ। ਉਹ ਨਹੀਂ ਮਾੜੇ ਕਰਮ ਕਰਦੇ, ਉਹ ਨਹੀਂ ਰਿਸ਼ਵਤ ਲੈਂਦੇ, ਉਹ ਨਹੀਂ ਮਿਲਾਵਟਬਾਜ਼ੀਆਂ ਕਰਦੇ, ਉਹ ਨਹੀਂ ਦੀਵਾਲੀ ਵੇਲੇ ਖੋਏ ਦੇ ਵਿੱਚ ਕੈਮੀਕਲ ਮਿਲਾਉਂਦੇ, ਜਿਹੜੇ ਅੰਦਰੋਂ ਬਾਹਰੋਂ ਨਿਰਮਲ ਹੋ ਗਏ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ। ਗੁਰੂ ਜੀ ਕਹਿੰਦੇ ਉਹ ਤਾਂ ਭਲੇ ਨੇ, ਬਣਜਾਰੇ ਭਾਵ ਵਪਾਰ, ਬਹੁਤ ਵਧੀਆ ਵਪਾਰ ਕਰ ਰਹੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ। ਉਧਰੋਂ ਉਹ ਜਨਮ ਜੂਏ ਦੇ ਵਿੱਚ ਹਾਰ ਕੇ ਗਏ, ਜਿਹੜੇ ਅੰਦਰੋਂ ਮੈਲੇ ਤੇ ਬਾਹਰੋਂ ਨਿਰਮਲ। ਇਧਰੋਂ ਗੁਰੂ ਜੀ ਕਹਿੰਦੇ ਜਿਹੜੇ ਅੰਦਰੋਂ ਨਿਰਮਲ ਤੇ ਬਾਹਰੋਂ ਵੀ ਨਿਰਮਲ ਹੋ ਗਏ, ਉਹ ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਤੇ ਜਿਨ੍ਹਾਂ ਨੇ ਆਪਣਾ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਕਰ ਲਿਆ। ਗੁਰੂ ਦੇ ਨਾਲ ਕੌਣ ਨਿਭਦਾ ਜੀ? ਗੁਰੂ ਕਿਹਨੂੰ ਨੇੜੇ ਲਾਉਂਦਾ ਹੈ? ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਉਹ ਸਦਾ ਵਾਸਤੇ ਗੁਰੂ ਦੇ ਨਾਲ ਹੀ ਰਹਿਣ ਲੱਗ ਜਾਂਦੇ ਨੇ, ਸਦਾ ਵਾਸਤੇ। ਕਿਉਂ? ਗੁਰੂ ਉਹਨਾਂ ਦੇ ਅੰਗ ਸੰਗ ਹੋ ਜਾਂਦਾ। ਗੁਰ ਕਾ ਸ਼ਬਦ ਵਸੈ ਜੀ ਨਾਲੇ, ਗੁਰੂ ਦਾ ਸ਼ਬਦ ਉਹਨਾਂ ਦੇ ਅੰਦਰ ਵਸ ਜਾਂਦਾ ਹੈ ਤੇ ਉਹ ਜਿੱਥੇ ਵੀ ਜਾਂਦੇ ਨੇ ਗੁਰੂ ਉਹਨਾਂ ਦੇ ਨਾਲ ਹੀ ਹੁੰਦਾ, ਗੁਰੂ ਉਹਨਾਂ ਦੇ ਨਾਲ ਹੁੰਦਾ। ਆਓ ਆਪਣੇ ਅਸੀਂ ਇਸ ਮਨ ਨੂੰ ਵੀ ਨਿਰਮਲ ਕਰ ਲਈਏ ਤੇ ਆਪਣੇ ਤਨ ਨੂੰ ਵੀ ਨਿਰਮਲ ਕਰ ਲਈਏ। ਨਿਰਮਲ ਕਾਹਦੇ ਨਾਲ ਹੋਊਗਾ? ਨਿਰਮਲ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਪਰਮੇਸ਼ਰ ਦਾ ਨਾਮ ਜਪ ਕੇ ਅਸੀਂ ਨਿਰਮਲ ਹੋ ਜਾਾਂਗੇ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸਾਡੇ ਮਨ ਦੀ ਮੈਲ ਦੂਰ ਹੋ ਜੂਗੀ। ਆਓ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੋ, ਮੂੰਹ ਤੋਂ ਵਾਹਿਗੁਰੂ ਕਹਿ ਕੇ ਕੰਨਾਂ ਦੇ ਨਾਲ ਸੁਣਿਓ ਜ਼ਰੂਰ। ਬੇਨਤੀ ਹੈ, ਕੱਲ ਬਹੁਤ ਘੱਟ ਆਵਾਜ਼ ਆਈ ਵਾਹਿਗੁਰੂ ਸ਼ਬਦ ਦੀ, ਤੇ ਜਿਹੜੇ ਵਾਹਿਗੁਰੂ ਸ਼ਬਦ ਨੇ ਸਾਡੀ ਮੈਲ ਕੱਟਣੀ ਹੈ ਉਹ ਅਸੀਂ ਮੂੰਹ ਤੋਂ ਬੋਲ ਕੇ ਰਾਜੀ ਨਹੀਂ। ਅਸੀਂ ਆਪਣੀ ਮੈਲ ਕੱਟਣ ਦੇ ਲਈ ਬੜੇ ਤੀਰਥਾਂ ਤੇ ਜਾਂਦੇ ਹਾਂ ਵੀ ਜੇ ਕਿਤੇ ਮੈਲ ਕੱਟੀ ਜਾਵੇ। ਗੁਰੂ ਜੀ ਕਹਿੰਦੇ ਤੀਰਥਾਂ ਤੇ ਜਾ ਕੇ ਤੇਰੀ ਮੈਲ ਨਹੀਂ ਕੱਟੀ ਜਾ ਸਕਦੀ। ਜੇ ਤਾਂ ਆਪਣੀ ਮੈਲ ਕੱਟਣੀ ਹੈ ਸਰੀਰ ਤੇ ਤੀਰਥ ਤੇ ਜਾ ਕੇ ਤੇਰਾ ਸਰੀਰ ਦੀ ਮੈਲ ਤਾਂ ਕੱਟੀ ਜਾ ਸਕਦੀ ਹੈ, ਨਹਾ ਕੇ ਇਸ਼ਨਾਨ ਕਰਕੇ ਤੇਰਾ ਤਨ ਤਾਂ ਸਾਫ਼ ਹੋ ਸਕਦਾ ਹੈ, ਪਰ ਜੇ ਤੈਂ ਮਨ ਸਾਫ਼ ਕਰਦਾ ਨਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪ੍ਰਭੂ ਦਾ ਸਿਮਰਨ ਕਰਨ ਨਾਲ ਤੇਰੇ ਮਨ ਦੀ ਮੈਲ ਦੂਰ ਹੋ ਜੂਗੀ। ਆਓ ਜਪੀਏ ਤੇ ਆਪਣੇ ਆਪਣੇ ਮਨ ਦੀ ਮੈਲ ਦੂਰ ਕਰ ਲਈਏ। ਕਰੋ ਕਿਰਪਾ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਖੋ ਸਤਨਾਮ ਸ਼੍ਰੀ। ਅੱਜ ਦਾ ਸ਼ਬਦ ਜਿਸ ਸ਼ਬਦ ਦੀ ਆਪਾਂ ਟੇਕ ਲਈ ਹੈ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਗੌੜੀ ਮਹੱਲਾ ਪੰਜਵਾਂ, ਰਾਗ ਗੌੜੀ ਦੇ ਵਿੱਚ ਮਹੱਲਾ ਪੰਜਵਾਂ, ਭਾਵ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦਾ ਉਚਾਰਨ ਕੀਤਾ ਇਹ ਸ਼ਬਦ ਹੈ। ਅੱਜ ਦਾ ਸ਼ਬਦ ਵੀ ਜਿਹੜੀ ਆਪਾਂ ਵਿਚਾਰ ਕਰ ਰਹੇ ਹਾਂ, ਸਾਨੂੰ ਜੋ ਗੁਰੂ ਜੀ ਨੇ ਕਿਹਾ, ਅੱਜ ਦਾ ਸ਼ਬਦ ਵੀ ਸਾਨੂੰ ਉਹਦੇ ਉੱਤੇ ਹੀ ਮੋਹਰ ਲਾਉਂਦਾ ਹੈ। ਕੀ ਕਹਿੰਦੇ ਗੁਰੂ ਜੀ? ਕਹਿੰਦੇ ਕਰੈ ਦੋਹ ਕਰਮ ਦਿਖਾਵੈ ਹੋਰ। ਕਰਮ ਤਾਂ ਮਾੜੇ ਕਰਦਾ, ਕਹਿੰਦੇ ਅੰਦਰੋਂ ਵਿਸ਼ੇ ਵਿਕਾਰਾਂ ਤੋਂ ਖਹਿੜਾ ਨਹੀਂ ਛੁੱਟ ਰਿਹਾ, ਅੰਦਰੋਂ ਹਰ ਸਮੇਂ ਮਾੜੇ ਖਿਆਲ ਚੱਲਦੇ ਰਹਿੰਦੇ ਨੇ, ਸੁਰਤ ਦੇ ਵਿੱਚ ਹਰ ਸਮੇਂ ਮਾੜੀਆਂ ਗੱਲਾਂ, ਗੰਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ, ਅਤੇ ਬਾਹਰੋਂ ਕਹਿੰਦੇ ਦਿਖਾਵਾ ਹੋਰ, ਬਾਹਰੋਂ ਸਿੱਖ ਬਣ ਕੇ ਦਿਖਾਉਂਦਾ, ਬਾਹਰੋਂ ਗੱਲਾਂ ਕਰਦਾ ਵੀ ਮੈਂ ਬੜਾ ਵਧੀਆ ਸਿੱਖ ਹਾਂ ਜਾਂ ਬੜਾ ਵਧੀਆ। ਜਿਹੜੇ ਧਰਮ ਨਾਲ ਕੋਈ ਵੀ ਰਿਲੇਟਡ ਹੈ ਉਹ ਸੋਚੇ ਵੀ ਮੇਰੇ ਅੰਦਰ ਕੀ ਚੱਲਦਾ ਹੈ ਅਤੇ ਬਾਹਰੋਂ ਮੈਂ ਕੀ ਲੋਕਾਂ ਨੂੰ ਦਿਖਾਉਣਾ। ਉਹਨਾਂ ਦਾ ਦੱਸਦੇ ਆ ਗੁਰੂ ਜੀ ਅੱਜ, ਕਹਿੰਦੇ ਜਿਹੜੇ ਅੰਦਰੋਂ ਕੁਝ ਹੋਰ ਨੇ ਅਤੇ ਬਾਹਰੋਂ ਕੁਝ ਹੋਰ ਨੇ, ਉਹਨਾਂ ਦੀ ਹਾਲਤ ਕੀ ਹੋਣੀ ਹੈ, ਉਹਨਾਂ ਨੂੰ ਸਜ਼ਾ ਕੀ ਮਿਲਣੀ ਹੈ। ਇਸ ਕਰਕੇ ਅਸੀਂ ਅੰਦਰੋਂ ਵੀ ਉਹੋ ਜਿਹੇ ਹੋ ਜਾਈਏ ਅਤੇ ਬਾਹਰੋਂ ਵੀ ਉਹੋ ਜਿਹੇ ਹੋ ਜਾਈਏ। ਬਸ ਭਾਵ ਅਸੀਂ ਮੂੰਹ 'ਤੇ ਸੱਚ ਲੈ ਆਈਏ, ਜਿਹੜਾ ਕੁਝ ਸਾਡੇ ਅੰਦਰ ਹੈ ਉਹ ਅਸੀਂ ਦੱਸ ਦਈਏ ਵੀ ਭਾਈ ਮੇਰੀ ਅੰਦਰ ਦੀ ਹਾਲਤ ਇਹ ਹੈ। ਅਸੀਂ ਗੁਰੂ ਕੋਲੇ ਆਉਂਦੇ ਹਾਂ, ਗੁਰੂ ਨੂੰ ਵੀ ਸੱਚ ਦੱਸਣੋਂ ਹਟ ਗਏ, ਗੁਰੂ ਨੂੰ ਵੀ ਸੱਚ ਨਹੀਂ ਦੱਸਦੇ ਅਸੀਂ। ਜੇ ਕਿਤੇ ਆ ਕੇ ਗੁਰੂ ਜੀ ਨੂੰ ਸੱਚ ਦੱਸ ਦਈਏ, ਗੁਰੂ ਜੀ ਮੇਰੇ ਅੰਦਰ ਤਾਂ ਨਾ ਹਰ ਸਮੇਂ ਹੀ ਈਰਖਾ ਚੱਲਦੀ ਰਹਿੰਦੀ ਹੈ, ਹਰ ਵੇਲੇ ਮੇਰੀ ਸੁਰਤ ਦੇ ਵਿੱਚ ਗੰਦ ਚੱਲਦਾ ਰਹਿੰਦਾ ਹੈ, ਤਾਂ ਗੁਰੂ ਜੀ ਸਾਡੀ ਇਹ ਬੇਨਤੀ ਸੁਣ ਕੇ ਉਹ ਗੰਦ ਨੂੰ ਕੱਟ ਦੇਣਗੇ। ਅਸੀਂ ਤਾਂ ਗੁਰੂ ਨੂੰ ਵੀ ਸੱਚ ਦੱਸਣੋਂ ਹਟ ਗਏ, ਕਿਸੇ ਨੂੰ ਤਾਂ ਆਪਾਂ ਕੀ ਸੱਚ ਦੱਸਣਾ। ਗੁਰੂ ਜੀ ਕਹਿੰਦੇ ਕਰੈ ਦੋਹ ਕਰਮ ਦਿਖਾਵੈ ਹੋਰ। ਅੰਦਰੋਂ ਮਾੜੀ ਬਿਰਤੀ ਹੋਈ ਪਈ ਹੈ ਅਤੇ ਬਾਹਰੋਂ ਚੰਗਾ ਬਣ ਕੇ ਦਿਖਾਉਂਦਾ ਲੋਕਾਂ ਨੂੰ। ਉਹਦਾ ਹਾਲ ਕੀ ਹੋਣਾ ਹੈ? ਕਹਿੰਦੇ ਰਾਮ ਕੀ ਦਰਗੇ, ਰਾਮ ਕੀ ਦਰਗੇ ਬਾਂਧਾ ਚੋਰ। ਕਹਿੰਦੇ ਜਿਵੇਂ ਇੱਕ ਸੰਨ ਲਾਉਣ ਵਾਲੇ, ਚੋਰੀ ਕਰਨ ਵਾਲੇ ਚੋਰ ਨੂੰ ਬੰਨ੍ਹ ਲਿਆ ਜਾਂਦਾ ਹੈ ਅਤੇ ਉਹਦੇ ਛਿੱਤਰ ਪੈਂਦੇ ਹੈ। ਕਹਿੰਦੇ ਜਿਹੜਾ ਉਹਦਾ ਕੀ ਹਾਲਤ ਹੋਊ, ਜਿਹੜਾ ਅੰਦਰੋਂ ਕੁਝ ਹੋਰ ਹੈ ਅਤੇ ਬਾਹਰੋਂ ਕੁਝ ਹੋਰ ਹੈ, ਉਹ ਵੀ ਪਰਮਾਤਮਾ ਦੀ ਦਰਗਾਹ ਦੇ ਵਿੱਚ ਚੋਰਾਂ ਦੀ ਤਰ੍ਹਾਂ ਉਹਨੂੰ ਬੰਨਿਆ ਜਾਊਗਾ, ਚੋਰਾਂ ਦੀ ਤਰ੍ਹਾਂ। ਰਾਮ ਰਮੈ ਸੋਈ ਰਾਮਾਣਾ। ਰਾਮ ਰਮੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਰਮਿਆ ਗਿਆ, ਆਪਣੇ ਆਪ ਨੂੰ ਜਿਹਨੇ ਉਹਦੇ ਰੰਗ ਦੇ ਵਿੱਚ ਰੰਗ ਲਿਆ। ਰਾਮ ਕੌਣ ਜੀ? ਰਾਮ ਜੋ ਰਵ ਰਹਿਆ ਸਰਬੱਗੇ। ਇੱਕ ਰਾਮ ਜੀ ਹੋਏ ਨੇ ਜਿਹੜੇ ਰਮਾਇਣ ਵਾਲੇ ਹੋਏ ਨੇ। ਇੱਥੇ ਉਹਨਾਂ ਦੀ ਗੱਲ ਨਹੀਂ ਚੱਲ ਰਹੀ, ਇਹ ਗੱਲ ਚੱਲ ਰਹੀ ਹੈ ਜੀ ਉਹ ਅਕਾਲ ਪੁਰਖ ਵਾਹਿਗੁਰੂ ਜਿਹਨੂੰ ਅਸੀਂ ਰਾਮ ਵੀ ਕਹਿੰਦੇ ਹਾਂ, ਅੱਲਾ ਵੀ ਕਹਿੰਦੇ ਹਾਂ, ਵਾਹਿਗੁਰੂ ਵੀ ਕਹਿੰਦੇ ਹਾਂ, ਉਹਨੂੰ ਗੋਡ ਵੀ ਕਹਿੰਦੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਰਾਮ ਦੀ ਗੱਲ ਚੱਲ ਰਹੀ ਹੈ। ਕਹਿੰਦੇ ਰਾਮ ਰਮੈ ਸੋਈ ਰਮਾਣਾ। ਜਿਹਨੇ ਮੂੰਹ ਤੋਂ ਕਹਿ ਦਿੱਤਾ ਰਾਮ, ਸੁਣਿਓ ਧਿਆਨ ਨਾਲ ਜੀ, ਬਸ 15 ਮਿੰਟ ਦਾ ਸਮਾਂ ਰਹਿ ਗਿਆ ਬਾਕੀ। ਜਿਹਨੇ ਮੂੰਹ ਤੋਂ ਕਹਿ ਦਿੱਤਾ ਰਾਮ, ਰਾਮ ਦਾ ਮਤਲਬ ਕੀ ਹੋਇਆ? ਜਿਹੜਾ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਇਆ ਹੈ, ਅਤੇ ਉਹਨੂੰ ਮੰਨ ਵੀ ਲਿਆ ਵੀ ਹਾਂ ਪਰਮਾਤਮਾ ਸਾਰੇ ਸੰਸਾਰ ਦੇ ਵਿੱਚ ਰਮਿਆ ਹੋਏਗਾ। ਜਿਹਨੇ ਉਸ ਰਾਮ ਨੂੰ ਆਪਣੇ ਗਵਾਂਢੀ ਦੇ ਵਿੱਚ ਵੀ ਵੇਖ ਲਿਆ, ਆਪਣੇ ਦੁਸ਼ਮਣ ਦੇ ਵਿੱਚ ਵੀ ਵੇਖ ਲਿਆ, ਆਪਣੇ ਭਾਈ ਦੇ ਵਿੱਚ ਵੀ ਵੇਖ ਲਿਆ। ਨੂੰਹ ਨੇ ਉਸ ਰਾਮ ਨੂੰ ਆਪਣੀ ਸੱਸ ਦੇ ਵਿੱਚ ਵੇਖ ਲਿਆ, ਘਰੋਂ ਲੜਾਈ ਖਤਮ। ਜੇ ਕਿਤੇ ਨੂੰਹ ਆਪਣੀ ਸੱਸ ਦੇ ਵਿੱਚ ਰੱਬ ਨੂੰ ਵੇਖ ਲਈ ਵੀ ਹਾਂ ਇਹਦੇ 'ਚ ਵੀ ਰੱਬ ਹੈ, ਤਾਂ ਘਰੋਂ ਲੜਾਈ ਖਤਮ। ਹੁਣ ਲੜਾਈਆਂ ਕਿਉਂ ਪਈਆਂ ਨੇ ਸਾਡੇ ਘਰਾਂ 'ਚ ਜੀ?
ਕਿਉਂਕਿ ਸਾਨੂੰ ਪਰਮਾਤਮਾ ਇੱਕ ਦੂਜੇ ਦੇ ਵਿੱਚ ਨਹੀਂ ਦਿਸ ਰਿਹਾ। ਮੂੰਹ ਤੋਂ ਅਸੀਂ ਕਹੀ ਜਾਂਦੇ ਹਾਂ ਰਾਮ ਰਾਮ, ਮੂੰਹ ਤੋਂ ਕਹੀ ਜਾਂਦੇ ਹਾਂ ਵਾਹਿਗੁਰੂ ਵਾਹਿਗੁਰੂ, ਪਰ ਮੰਨਣ 'ਚ ਨਹੀਂ ਆ ਰਿਹਾ, ਸਾਡੇ ਮਹਿਸੂਸ ਨਹੀਂ ਹੋ ਰਿਹਾ। ਉਹਨੂੰ ਰਾਮ ਕਹਿਣ ਵਾਲੇ ਉਹਨੂੰ ਸਾਰਿਆਂ ਦੇ ਅੰਦਰ ਰਮਿਆ ਹੋਇਆ ਨਹੀਂ ਸਮਝਦੇ। ਤੇ ਜੇ ਕਿਤੇ ਸੱਸ ਨੂੰ ਪਤਾ ਲੱਗ ਜੇ, ਸਮਝ ਆ ਜਾਵੇ ਵੀ ਮੇਰੀ ਨੂੰਹ ਦੇ ਵਿੱਚ ਵੀ ਉਹ ਪਰਮਾਤਮਾ ਵੱਸਦਾ, ਤਾਂ ਲੜਾਈ ਖਤਮ। ਭਾਈ ਨੂੰ ਦੂਜੇ ਭਰਾ ਦੇ ਵਿੱਚ ਰਾਮ ਰਮਿਆ ਹੋਇਆ ਦਿਸਣ ਲੱਗ ਜੇ, ਤਾਂ ਘਰਾਂ 'ਚੋਂ ਸਾਡੇ ਕਲੇਸ਼ ਖਤਮ। ਹੁਣ ਪੁੱਤ ਨੂੰ ਪਿਓ ਦੇ ਵਿੱਚ ਨਹੀਂ ਰਾਮ ਦੀਂਦਾ, ਪਰਮੇਸ਼ਰ ਦੀਂਦਾ, ਤੇ ਪਿਓ ਨੂੰ ਪੁੱਤ 'ਚ ਨਹੀਂ ਦੀਂਦਾ, ਤਾਂ ਹੀ ਸਾਡੇ ਘਰਾਂ 'ਚ ਕਲੇਸ਼ ਹੈ। ਤੇ ਦੱਸਣਾ ਕਿਹਨੇ ਸੀਗਾ ਜੀ ਵੀ ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਦੱਸਣਾ ਕਿਹਨੇ ਸੀ? ਗੁਰੂ ਦੀ ਬਾਣੀ ਨੇ। ਤੇ ਗੁਰੂ ਦੀ ਬਾਣੀ ਅਸੀਂ ਪੜ੍ਹਨੋਂ ਹਟ ਗਏ, ਗੁਰੂ ਦੀ ਬਾਣੀ ਸੁਣਨੋਂ ਹਟ ਗਏ, ਤਾਂ ਹੀ ਸਾਨੂੰ ਇੱਕ ਦੂਜੇ ਦੇ ਵਿੱਚੋਂ ਪਰਮੇਸ਼ਰ ਦਿਸਣੋਂ ਹਟ ਗਿਆ। ਜਦੋਂ ਪਰਮੇਸ਼ਰ ਨਹੀਂ ਦਿਸਦਾ ਤਾਂ ਸਾਨੂੰ ਸਕਾ ਭਰਾ ਵੀ ਬੈਰੀ ਦਿਸਦਾ ਹੈ। ਦਰਾਣੀ ਨੂੰ ਜਠਾਣੀ ਬੈਰੀ ਦਿਸਦੀ ਹੈ, ਜਠਾਣੀ ਨੂੰ ਦਰਾਣੀ ਬੈਰੀ ਦਿਸਦੀ ਹੈ, ਤਾਂ ਸਾਡੇ ਘਰਾਂ 'ਚ ਕਲੇਸ਼ ਨੇ। ਕਿਉਂ ਸਾਨੂੰ ਬਾਰ-ਬਾਰ ਕਿਹਾ ਜਾਂਦਾ ਵੀ ਆਪਣੇ ਘਰਾਂ ਦੇ ਵਿੱਚ ਬਾਣੀ ਲੈ ਆਓ? ਬਾਣੀ ਲਿਆਉਣ ਦਾ ਮਤਲਬ ਇਹ ਨਹੀਂ ਹੈਗਾ ਵੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਆਪਣੇ ਘਰੇ ਲੈ ਗਏ, ਘਰੇ ਲਿਜਾ ਕੇ ਸਹਿਜ ਪਾਠ ਕਰ ਲਿਆ, ਅਖੰਡ ਪਾਠ ਸਾਹਿਬ ਕਰ ਲਿਆ ਤੇ ਗੁਰਦੁਆਰਾ ਸਾਹਿਬ ਫੇਰ ਛੱਡ ਗਏ ਮਹਾਰਾਜ ਨੂੰ। ਇਹ ਬਾਣੀ ਲਿਜਾਣਾ ਨਹੀਂ ਹੋਇਆ ਜੀ। ਬਾਣੀ ਲਿਜਾਣਾ ਕੀ ਹੈ? ਆਪਣੇ ਘਰਾਂ ਦੇ ਵਿੱਚ, ਭਾਵ ਆਪਣੇ ਹਿਰਦਿਆਂ ਦੇ ਵਿੱਚ ਗੁਰੂ ਦੀ ਬਾਣੀ ਲੈ ਆਓ। ਤੇ ਗੁਰੂ ਦੀ ਬਾਣੀ ਸਾਨੂੰ ਕੀ ਕਹਿੰਦੀ ਹੈ? ਕਹਿੰਦੀ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਬਾਣੀ ਨੇ ਦੱਸਣੀਆਂ ਸੀ ਸਾਨੂੰ ਇਹ ਗੱਲਾਂ, ਤੇ ਬਾਣੀ ਸਾਡੇ ਹਿਰਦੇ ਦੇ ਵਿੱਚੋਂ ਨਿਕਲ ਗਈ ਤੇ ਸਾਡੇ ਘਰਾਂ ਦੇ ਵਿੱਚੋਂ ਨਿਕਲ ਗਈ। ਘਰੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਲੈ ਜਾਂਦੇ ਹਾਂ ਅਸੀਂ, 9 ਦਿਨ ਗੁਰੂ ਜੀ ਸਾਡੇ ਘਰੇ ਰਹਿੰਦੇ ਨੇ, 9ਵੇਂ ਦਿਨ ਅਸੀਂ ਗੁਰੂ ਜੀ ਨੂੰ ਗੁਰਦੁਆਰਾ ਸਾਹਿਬ ਇੱਥੇ ਨਿੱਜੀ ਸਥਾਨਾਂ ਤੇ ਛੱਡ ਜਾਂਦੇ ਹਾਂ, ਪਰ ਅਸੀਂ ਨਾ ਬਾਣੀ ਸੁਣੀ ਤੇ ਨਾ ਹੀ ਸਾਨੂੰ ਕਿਸੇ ਨੇ ਸੁਣਾਈ, ਤਾਂ ਸਾਡੇ ਘਰਾਂ 'ਚ ਕਲੇਸ਼ ਵਗ ਗਿਆ, ਤਾਂ ਸਾਡੇ ਘਰਾਂ 'ਚ ਇਹ ਕਲੇਸ਼ ਆ ਗਏ। ਰਾਮ ਰਮੈ ਸੋਈ ਰਮਣਾ, ਜਲ ਥਲ ਮਹੀਲ ਏਕ ਸਮਾਣਾ। ਜਲ ਵਿੱਚ ਵੀ, ਥਲ ਵਿੱਚ ਵੀ ਤੇ ਆਕਾਸ਼ ਵਿੱਚ ਵੀ ਕਹਿੰਦੇ ਉਹੀ ਰਾਮ ਰਮ ਰਿਹਾ। ਜਲ ਵਿੱਚ ਵੀ, ਥਲ ਵਿੱਚ ਵੀ, ਮਹੀਲ ਵਿੱਚ ਵੀ। ਮਾਫ ਕਰਨਾ, ਗੁਰੂ ਜੀ ਤਾਂ ਕਹਿੰਦੇ ਜਲ 'ਚ ਵੀ ਹੈ, ਥਲ 'ਚ ਵੀ ਹੈ ਤੇ ਆਕਾਸ਼ ਦੇ ਵਿੱਚ ਵੀ ਹੈ। ਸਾਨੂੰ ਸਾਡੇ ਅੰਦਰ ਬੈਠਾ ਰੱਬ ਨਹੀਂ ਦਿਸਦਾ। ਕਿਉਂ ਨਹੀਂ ਦਿਸਦਾ? ਕਿਉਂਕਿ ਅਸੀਂ ਕਦੇ ਉਹਨੂੰ ਅੰਦਰ ਖੋਜਣ ਦੀ ਜ਼ਰੂਰਤ ਹੀ ਨਹੀਂ ਸਮਝੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਫਿਰ ਤੈਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ। ਹੁਣ ਪਰੇਸ਼ਾਨੀਆਂ ਕਿਉਂ ਨੇ? ਕਿਉਂਕਿ ਅਸੀਂ ਰੱਬ ਨੂੰ ਆਪਣੇ ਅੰਦਰੋਂ ਖੋਜਣੋਂ ਹਟ ਗਏ, ਭਾਲਣੋਂ ਹਟ ਗਏ। ਅਸੀਂ ਕੇਵਲ ਇੱਕ ਬੇਨਤੀ ਹੋਰ ਕਰਦੇ ਹਾਂ, ਅਸੀਂ ਕੇਵਲ ਉਸ ਪਰਮਾਤਮਾ ਨੂੰ ਗਿਆਨ ਦੇ ਨਾਲ ਪਾਉਣਾ ਚਾਹੁੰਦੇ ਹਾਂ, ਕੇਵਲ ਗਿਆਨ ਦੇ ਨਾਲ। ਤੇ ਗੁਰੂ ਜੀ ਕਹਿੰਦੇ ਤੈਨੂੰ ਨਾ ਗਿਆਨ ਵੀ ਹੋਵੇ, ਤੂੰ ਮੂਰਖ ਨਾ ਹੋਵੇਂ, ਤੇਰੇ ਕੋਲੇ ਗੁਰੂ ਦਾ ਗਿਆਨ ਹੋਵੇ, ਪਰ ਤੈਨੂੰ ਇਕੱਲੇ ਗਿਆਨ ਨਾਲ ਨਹੀਂ ਉਹ ਮਿਲਣਾ। ਜੇ ਤੈਨੂੰ ਮਿਲੂਗਾ ਗਿਆਨ ਦੇ ਨਾਲ ਤੇਰੇ ਕੋਲੇ ਕੀ ਹੋਣਾ ਚਾਹੀਦਾ? ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਇਕੱਲਾ ਗਿਆਨ ਇਕੱਠਾ ਕਰਕੇ, ਗਿਆਨ ਦੀਆਂ ਗੱਲਾਂ ਕਰਕੇ ਉਸ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹਾਂ। ਨਾ ਨਾ ਨਾ, ਗੁਰੂ ਜੀ ਕਹਿੰਦੇ ਇਕੱਲੇ ਗਿਆਨ ਨਾਲ ਨਹੀਂ, ਤੇਰੇ ਕੋਲੇ ਗਿਆਨ ਵੀ ਹੋਵੇ ਤੇ ਨਾਲ ਸ਼ਰਧਾ ਪ੍ਰੇਮ ਵੀ ਹੋਵੇ, ਤਾਂ ਮੈਂ ਤੇਰੇ ਹਿਰਦੇ ਦੇ ਵਿੱਚ ਆ ਜਾਊਂਗਾ। ਅਸੀਂ ਇਕੱਲੇ ਗਿਆਨ ਘੋਟੀ ਜਾਂਦੇ ਹਾਂ, ਗਿਆਨ ਦੇ ਨਾਲ ਹੀ ਉਹਨੂੰ ਪਾਉਣ ਨੂੰ ਫਿਰਦੇ ਹਾਂ। ਜੋ ਗਿਆਨ ਸਾਨੂੰ ਕਹਿ ਰਿਹਾ ਵੀ ਨਾਮ ਜਪੋ, ਉਹ ਨਾਮ ਅਸੀਂ ਨਹੀਂ ਜਪਦੇ। ਗਿਆਨ ਸਾਨੂੰ ਕਹਿ ਰਿਹਾ ਵੀ ਬਾਣੀ ਪੜ੍ਹੋ, ਉਹ ਬਾਣੀ ਅਸੀਂ ਨਹੀਂ ਪੜ੍ਹਦੇ ਤੇ ਸਾਨੂੰ ਨਹੀਂ ਮਿਲ ਰਿਹਾ, ਨਹੀਂ ਮਿਲ ਰਿਹਾ। ਆਪ ਵੀ ਅਸੀਂ ਭੰਬਲ ਭੂਸੇ ਦੇ ਵਿੱਚ ਪਏ ਹੋਏ ਹਾਂ ਤੇ ਲੋਕਾਂ ਨੂੰ ਵੀ ਪਾਈ ਜਾਂਦੇ ਹਾਂ। ਇਕੱਲੇ ਗਿਆਨ ਨਾਲ ਨਹੀਂ ਮਿਲਦਾ, ਨਾਲ ਪ੍ਰੇਮ ਵੀ ਕਰਨਾ ਪਊ ਸਾਨੂੰ। ਗਿਆਨ ਵੀ ਹੋਵੇ ਤੇ ਪ੍ਰੇਮ ਵੀ ਹੋਵੇ, ਫਿਰ ਸਾਡੇ ਅੰਦਰੋਂ ਉਹ ਦਿਸ ਪਊਗਾ ਤੇ ਸਾਰੇ ਕਲੇਸ਼ ਖਤਮ ਹੋ ਜਾਣਗੇ। ਜਲ ਥਲ ਮਹੀਲ ਏਕ ਸਮਾਣਾ, ਰਹਾਉ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ। ਇਹ ਸਾਡੀ ਆ ਗਈ ਜੀ ਗੱਲ ਪ੍ਰਚਾਰਕਾਂ ਦੀ। ਕਹਿੰਦੇ ਅੰਦਰ ਤਾਂ ਜ਼ਹਿਰ ਪਈ ਹੈ, ਲੋਕਾਂ ਨੂੰ ਸੁਣਾਉਂਦਾ ਅੰਮ੍ਰਿਤ ਦੀਆਂ ਗੱਲਾਂ। ਗੱਲ ਉੱਥੇ ਆ ਗਈ ਜੀ, ਬਾਹਰੋਂ ਤੇ ਅੰਦਰੋਂ ਇੱਕ ਹੋਣ ਦੀ। ਕਹਿੰਦੇ ਅੰਦਰ ਤਾਂ ਕਹਿੰਦੇ ਮੈਲ ਪਈ ਹੈਗੀ, ਅੰਦਰ ਸੁਣਾਉਣ ਵਾਲੇ ਦੇ ਅੰਦਰ ਵੀ ਵਿਸ਼ੇ ਵਿਕਾਰ ਪਏ ਨੇ। ਲੋਕਾਂ ਨੂੰ ਕਹਿ ਰਿਹਾ ਵੀ ਤੁਸੀਂ ਬਾਣੀ ਪੜ੍ਹਿਆ ਕਰੋ, ਆਪ ਪੜ੍ਹਦਾ ਨਹੀਂ। ਲੋਕਾਂ ਨੂੰ ਕਹਿ ਰਿਹਾ
ਵੀ ਅੰਮ੍ਰਿਤ ਵੇਲੇ ਉੱਠਿਆ ਕਰੋ, ਆਪ ਉੱਠਦਾ ਨਹੀਂ, ਫਿਰ ਸਾਡਾ ਕੀ ਹਾਲ ਹੋਊਗਾ ਜੀ। ਸਾਡੇ ਵੱਲ ਆ ਗਏ ਗੁਰੂ ਜੀ, ਕਹਿੰਦੇ ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜਮਪੁਰ ਵਾਧਾ ਚੋਟਾਂ ਖਾਵੈ। ਤੇ ਤੈਨੂੰ ਵੀ ਜਮਾਂ ਦੀ ਮਾਰ ਪਊਗੀ, ਬੇਸ਼ੱਕ ਲੋਕਾਂ ਨੂੰ ਬਾਣੀ ਸੁਣਾ ਕੇ ਆਉਣਾ ਤੜਕੇ ਉੱਠ ਕੇ। ਕਹਿੰਦੇ ਜੇ ਤੂੰ ਲੋਕਾਂ ਨੂੰ ਕਹੀ ਜਾਂਦਾ, ਸੰਗਤ ਨੂੰ ਕਹੀ ਜਾਂਦਾ, ਆਪ ਕਮਾਉਂਦਾ ਨਹੀਂ, ਤਾਂ ਤੈਨੂੰ ਵੀ ਜਮਾਂ ਦੀ ਮਾਰ ਪਊਗੀ। ਅਨਕ ਪੜਦੇ ਮੈਂ ਕਮਾਵੈ ਬੇਕਾਰ, ਲੁਕ ਛੁਪ ਕੇ ਆਪਣੇ ਬੱਚਿਆਂ ਤੋਂ ਓਹਲੇ ਹੋ ਕੇ, ਆਪਣੇ ਪਰਿਵਾਰ ਤੋਂ ਓਹਲੇ ਹੋ ਕੇ ਮਾੜੇ ਕਰਮ ਕਰਦਾ। ਕਹਿੰਦੇ ਉਹਨਾਂ ਦਾ ਕੀ ਹਾਲਤ ਹੋ ਜੀ। ਅਨਕ ਪੜਦੇ ਮੈਂ ਕਮਾਵੈ ਬੇਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਕਹਿੰਦੇ ਭਾਈ ਇਹ ਨਾ ਸੋਚ ਵੀ ਜਿਹੜਾ ਤੂੰ ਆਪਣੇ ਪਰਿਵਾਰ ਤੋਂ ਲੁਕ ਕੇ, ਆਪਣੇ ਬੱਚਿਆਂ ਤੋਂ ਲੁਕ ਕੇ, ਆਪਣੇ ਮਾਂ ਪਿਓ ਤੋਂ ਲੁਕ ਕੇ ਮਾੜੇ ਕਰਮ ਕਰਦਾ ਵੀ ਇਹ ਕਿਸੇ ਨੂੰ ਪਤਾ ਨਹੀਂ ਲੱਗਣੇ। ਕਹਿੰਦੇ ਇੱਕ ਦਿਨ ਇਹੋ ਜਿਹਾ ਸਮਾਂ ਆਊਗਾ, ਖਿਣ ਦੇ ਵਿੱਚ ਹੀ ਸਾਰੇ ਉਜਾਗਰ ਹੋ ਜਾਣੇ ਆ, ਖਿਣ ਦੇ ਵਿੱਚ ਹੀ। ਤੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਐ ਉਹਨਾਂ ਦੇ ਕੋਈ ਵੀ ਉਹਨਾਂ ਦੇ ਜਿਹੜੇ ਇਹ ਪੜਦੇ ਆ ਉਹ ਇੱਕ ਨਾ ਇੱਕ ਦਿਨ ਚੱਕੇ ਜਾਣੇ ਆ। ਤੇ ਜੇ ਇੱਕ ਹੋਰ ਵੀ ਹੈ, ਜੇ ਮਾੜੇ ਕਰਮ ਕਰਨ ਵਾਲਾ ਗੁਰੂ ਦੀ ਆ ਜੇ ਸ਼ਰਨ ਦੇ ਵਿੱਚ, ਗੁਰੂ ਦੀ ਸ਼ਰਨ ਦੇ ਵਿੱਚ ਆ ਜੇ, ਫਿਰ ਮੇਰਾ ਗੁਰੂ ਪੜਦੇ ਢੱਕ ਦਿੰਦਾ। ਜਹ ਪ੍ਰਸ਼ਾਦ ਤੇਰੇ ਸਗਲ ਛਿਦਰ ਢਾਕੇ। ਛਿਦਰ ਕਹਿੰਦੇ ਆ ਮੋਰੀਆਂ। ਸਾਡੇ ਜੀਵਨ ਦੇ ਵਿੱਚ ਹਰ ਇੱਕ ਦੇ ਜੀਵਨ ਦੇ ਵਿੱਚ ਮੋਰੀਆਂ ਨੇ ਜੀ, ਮੋਰੀਆਂ ਭਾਵ ਕਮੀਆਂ। ਕਹਿੰਦੇ ਜੇ ਤੂੰ ਗੁਰੂ ਦੇ ਕੋਲੇ ਆ ਜੇ, ਜਹ ਪ੍ਰਸ਼ਾਦ ਤੇਰੀ ਗੁਰੂ ਦੀ ਹੋ ਜੂਗੀ ਤੇਰੇ ਤੇ ਕਿਰਪਾ, ਤੇਰਾ ਜਿਹੜਾ ਪਿਛਲਾ ਜੀਵਨ ਹੈ ਨਾ ਉਹਦੇ ਤੇ ਪੈ ਜਾਣਾ ਪੜਦਾ। ਜੈ ਪ੍ਰਸ਼ਾਦ ਤੇਰੇ ਸ਼ਗਲ ਛਿਦਰ ਢਾਕੇ, ਮਨ ਸ਼ਰਣੀ ਪਰ ਠਾਕਰ ਪ੍ਰਭ ਤਾਂ ਕਿ। ਜਿਹੜੇ ਗੁਰੂ ਨੇ ਤੇਰੇ ਪਰਦੇ ਕੱਜਣੇ ਆ, ਕਹਿੰਦੇ ਉਹ ਗੁਰੂ ਦੇ ਕੋਲੇ ਆ ਜਾ। ਤੇ ਅਸੀਂ ਉਹਨਾਂ ਕੋਲੇ ਜਾਂਦੇ ਰਹੇ ਜਿਨ੍ਹਾਂ ਦੇ ਆਪਦੇ ਪਰਦੇ ਵੀ ਆਪ ਨਹੀਂ ਢੱਕ ਸਕਿਆ। ਸਾਡੇ ਪਰਦੇ ਤਾਂ ਕੀ ਢੱਕਣੇ ਆ, ਆਪਦੇ ਪਰਦੇ ਵੀ ਨਹੀਂ ਢੱਕ ਸਕਿਆ। ਅਸੀਂ ਸੱਚਾ ਗੁਰੂ ਛੱਡਤਾ ਤੇ ਜਿਨ੍ਹਾਂ ਦੇ ਆਪਦੇ ਪਰਦੇ ਆਪ ਤੋਂ ਨਹੀਂ ਢੱਕੇ ਗਏ ਉਹਨਾਂ ਕੋਲੇ ਜਾਣ ਲੱਗ ਪਏ। ਅਨਕ ਪੜਦੇ ਮੈਂ ਕਮਾਵੈ ਬੇਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਅੰਦਰ ਸੱਚ ਆ ਗਿਆ ਗੁਰੂ ਦੇ ਨਾਲ ਜੁੜ ਕੇ, ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਗਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ ਹੋ ਗਿਆ। ਹੁਣ ਕੀ ਹੋਊਗਾ ਜੀ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਮਨੁੱਖ ਅੰਦਰੋਂ ਬਾਹਰੋਂ ਇੱਕੋ ਜਿਹਾ ਹੋ ਗਿਆ ਉਹਦੇ ਤੇ ਵਿਧਾਤਾ। ਵਿਧਾਤਾ ਕਹਿੰਦੇ ਜੀ ਜਿਹੜਾ ਸਾਡੇ ਮੱਥੇ ਦੀਆਂ ਲਕੀਰਾਂ ਲਿਖਦਾ। ਆਪਾਂ ਤਾਂ ਕਹਿੰਦੇ ਨਾ ਵਿਉ ਮਾਤਾ ਨੇ ਲਿਖੀ ਹੈ ਸਾਡੇ ਮੱਥੇ ਦੀ ਲਕੀਰ, ਕੋਈ ਵਿਉ ਮਾਤਾ ਮੱਥੇ ਦੀ ਲਕੀਰ ਨਹੀਂ ਲਿਖਦੀ। ਅੰਤਰਜਾਮੀ ਪੁਰਖ ਵਿਧਾਤੇ ਕਿਹਨੂੰ ਕਹਿੰਦੇ ਆਪਾਂ ਜੀ, ਗੁਰੂ ਜੀ ਨੂੰ, ਰੱਬ ਜੀ ਨੂੰ ਕਹਿੰਦੇ ਅਸੀਂ ਅੰਤਰਜਾਮੀ ਪੁਰਖ ਵਿਧਾਤੇ। ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੀ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਵਿਧਾਤਾ ਕਿਹਨੂੰ ਕਿਹਾ ਜਾਂਦਾ ਜੀ, ਗੁਰੂ ਨੂੰ। ਇਹ ਸਾਡੇ ਮੱਥੇ ਦੀਆਂ ਜਿਹੜੀਆਂ ਪੁੱਠੀਆਂ ਲਕੀਰਾਂ ਨੇ ਉਹਨਾਂ ਨੂੰ ਸਿੱਧੇ ਕਰ ਦੇਣਗੇ। ਨਾਨਕ ਤਿਸ ਕਿਰਪਾਲ ਵਿਧਾਤਾ, ਉਹਦੇ ਤੇ ਕਹਿੰਦੇ ਕਿਰਪਾ ਕਰ ਦੂ ਉਹ ਅਕਾਲ ਪੁਰਖ ਵਿਧਾਤਾ ਜਿਹੜਾ ਲੇਖ ਲਿਖਦਾ, ਉਹ ਤੇਰੇ ਸਾਰੇ ਪੁੱਠੇ ਲੇਖ ਲਿਖੇ ਹੋਏ ਵੀ ਸਿੱਧੇ ਕਰ ਦੂ। ਆਹ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਸਾਨੂੰ ਫਾਇਦਾ ਹੁੰਦਾ ਜੀ। ਅਸੀਂ ਸੋਚਦੇ ਹਾਂ, ਲੋਕ ਵੀ ਸੋਚਦੇ ਆ ਵੀ ਗੁਰਦੁਆਰਾ ਸਾਹਿਬ ਜਾ ਕੇ ਕੀ ਹੋ ਜਾਊਗਾ। ਭਲਿਓ ਜਿਹੜਾ ਰੋਜ਼ਾਨਾ ਜਾਂਦਾ ਨਾ ਉਹਨੂੰ ਪੁੱਛ ਕੇ ਦੇਖਿਓ ਵੀ ਭਾਈ ਗੁਰੂ ਕੋਲ ਜਾ ਕੇ ਤੈਨੂੰ ਕੀ ਮਿਲਦਾ। ਐਵੇਂ ਨਾ ਜੇ ਆਪ ਨਹੀਂ ਨਾ ਜਾਣਾ, ਕਿਸੇ ਨੂੰ ਵੀ ਨਾ ਹਟਾਇਆ ਕਰੋ ਵੀ ਗੁਰਦੁਆਰੇ ਜਾ ਕੇ ਕੀ ਮਿਲੂਗਾ। ਹਾਂ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਣ ਵਾਲੀ ਵੀ ਧਿਆਨ ਰੱਖੀਏ ਵੀ ਸਾਡਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਜੇ ਤੂੰ ਰੋਜ਼ਾਨਾ ਗੁਰਦੁਆਰਾ ਸਾਹਿਬ ਆਉਣਾ ਨਾ ਭਾਈ, ਤਾਂ ਤੇਰੇ ਜੀਵਨ ਦੇ ਵਿੱਚ ਨਿੰਦਿਆ ਨਾ ਹੋਵੇ। ਕਿਉਂ ਲੋਕ ਸਿੱਖ ਬਣਨੋਂ ਹਟ ਗਏ ਜੀ? 5 ਮਿੰਟ ਦਾ ਸਮਾਂ ਰਹਿੰਦਾ ਜੀ ਜੇ ਆਪਣਾ। ਕਿਉਂ ਸਿੱਖ ਬਣਨੋਂ ਹਟ ਗਏ ਲੋਕ? ਇਸ ਕਰਕੇ ਬਣਨੋਂ ਹਟ ਗਏ ਕਿਉਂਕਿ ਅਸੀਂ ਸਿੱਖੀ ਹੈ ਜਿਹੜੀ ਕੇਵਲ ਗੁਰਦੁਆਰਾ ਸਾਹਿਬ ਤੱਕ ਰੱਖ ਲਈ, ਬਾਹਰੇ ਸਿੱਖੀ ਨਹੀਂ ਅਸੀਂ ਕਮਾਉਂਦੇ। ਜਿੰਨਾ ਚਿਰ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਉਹਨਾਂ ਚਿਰ ਸਿੱਖ, ਜਦੋਂ ਗੇਟ ਤੋਂ ਬਾਹਰ ਨਿਕਲ ਗਏ ਫਿਰ ਉਹੀ ਨਿੰਦਕ ਦੇ ਨਿੰਦਕ, ਉਹੀ ਚੁਗਲ ਦੇ ਚੁਗਲ। ਕਬੀਰ ਸਾਹਿਬ ਕੀ ਕਹਿੰਦੇ, ਕਹਿੰਦੇ ਗੁਰ ਲਾਗਾ ਤਬ ਜਾਣੀਐ। ਕਹਿੰਦੇ ਤੈਨੂੰ ਗੁਰੂ ਦਾ ਸਿੱਖ ਭਾਈ ਅਸੀਂ ਤਾਂ ਮੰਨਾਂਗੇ, ਗੁਰ ਲਾਗਾ ਤਬ ਜਾਣੀਐ, ਮਿਟੇ ਮੋਹ ਤਨ ਤਾਪ। ਤੇਰੇ ਅੰਦਰੋਂ ਮੋਹ ਖਤਮ ਹੋ ਜੇ। ਹੁਣ ਤਾਂ ਤੂੰ ਆਪਣੇ ਬੱਚਿਆਂ ਦੇ ਮੋਹ ਦੇ ਵਿੱਚ ਇੰਨਾ ਉਲਝਿਆ ਪਿਆ
ਵੀ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਤੂੰ ਕਿਸੇ ਦਾ ਕਤਲ ਤੱਕ ਵੀ ਕਰ ਸਕਦਾ। ਮਿਟੇ ਮੋਹ ਤਨ ਤਾਪ ਹਰਖ ਸੋਗ ਦਾਝੈ ਨਹੀਂ। ਤੇਰੇ ਘਰ ਦੇ ਵਿੱਚ ਖੁਸ਼ੀ ਆ ਗਈ ਉਹ ਵੀ ਤੈਨੂੰ ਤੰਗ ਨਾ ਕਰੇ, ਤੇ ਤੇਰੇ ਘਰ ਦੇ ਵਿੱਚ ਦੁੱਖ ਆ ਗਿਆ ਤੈਨੂੰ ਉਹ ਵੀ ਤੰਗ ਨਾ ਕਰੇ, ਤੈਨੂੰ ਤਾਂ ਸਿੱਖ ਮੰਨਾਂਗੇ। ਸਾਡੇ ਤਾਂ ਜੇ ਖੁਸ਼ੀ ਆ ਜਾਂਦੀ ਹੈ ਜੀ, ਖੁਸ਼ੀ ਦੇ ਵਿੱਚ ਵੀ ਅਸੀਂ ਪਾਗਲ ਹੋ ਜਾਂਦੇ ਹਾਂ। ਖੁਸ਼ੀ 'ਚ ਕਿਵੇਂ ਬੰਦਾ ਪਾਗਲ ਹੁੰਦਾ ਹੈ? ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਬੱਚੇ ਦੀ ਦਾਤ ਦਿੱਤੀ, ਘਰੇ ਬੱਚਾ ਪੈਦਾ ਹੋਇਆ, ਪੁੱਤਰ ਪੈਦਾ ਹੋਇਆ। ਉਹ ਖੁਸ਼ੀ ਦੇ ਵਿੱਚ ਕਰਨਾ ਕੀ ਸੀ? ਖੁਸ਼ੀ ਨੂੰ ਆਪਣੇ ਅੰਦਰ ਰੱਖਣਾ ਸੀ ਸਮਾ ਕੇ। ਪਰ ਕੀ ਕਰਿਆ? ਖੁਸ਼ੀ ਇੰਨੀ ਖੁਸ਼ੀ ਹੋ ਗਈ, ਸੰਭਾਲੀ ਨਹੀਂ ਗਈ। ਗੱਡੀ ਦੇ ਵਿੱਚ ਰੱਖੇ ਡੱਬੇ ਸ਼ਰਾਬ ਦੇ ਤੇ ਮੋਟਰ ਤੇ ਜਾ ਕੇ ਭੰਗੜੇ ਪਾਉਣ ਲੱਗ ਗਿਆ। ਖੁਸ਼ੀ ਵੀ ਨਹੀਂ ਸਾਂਭੀ ਗਈ ਸਾਥੋਂ। ਤਾਂ ਕਰਨਾ ਕੀ ਸੀ? ਸ਼ੁਕਰ, ਪਰਮੇਸ਼ਰ ਜੀ ਤੁਸੀਂ ਪੁੱਤਰ ਦੀ ਦਾਤ ਬਖਸ਼ੀ ਹੈ, ਤੁਹਾਡੇ ਅੱਗੇ ਮੈਂ ਅਰਦਾਸ ਬੇਨਤੀ ਕਰਦਾ ਇਹਨੂੰ ਸਿੱਖ ਬਣਾਇਓ, ਇਹ ਆਪਣੇ ਕੇਸਾਂ ਨੂੰ ਕਤਲ ਨਾ ਕਰੇ। ਹੁਣ ਸਾਡੇ ਬੱਚੇ ਕਿਉਂ ਕੇਸਾਂ ਨੂੰ ਕਤਲ ਕਰਵਾਉਂਦੇ ਆ ਜੀ? ਕਿਉਂਕਿ ਸਾਡੀ ਅਰਦਾਸ ਬੇਨਤੀ ਨਹੀਂ ਰਹੀ। ਅਰਦਾਸ ਬੇਨਤੀ ਨਹੀਂ ਸਾਡੀ ਰਹੀ। ਅੱਗੇ ਸਿੱਖ ਦੇ ਬੱਚਾ ਪੈਦਾ ਹੁੰਦਾ, ਸਿੱਖ ਆਪਣੇ ਬੱਚੇ ਨੂੰ ਗੁਰਦੁਆਰਾ ਸਾਹਿਬ ਲੈ ਕੇ ਆ ਕੇ ਭਾਈ ਸਾਹਿਬ ਤੋਂ ਅਰਦਾਸ ਕਰਾਉਂਦੇ, ਭਾਈ ਸਾਹਿਬ ਜੀ ਬੱਚੇ ਦੀ ਲੰਬੀ ਉਮਰ, ਤੰਦਰੁਸਤੀ, ਗੁਰਸਿੱਖੀ ਦਾ ਦਾਨ, ਇਹ ਅਰਦਾਸ ਬੇਨਤੀ ਕਰਿਓ। ਤੇ ਅਸੀਂ ਅਰਦਾਸ ਬੇਨਤੀ ਕਰਾਉਣੋਂ ਹਟ ਕੇ ਤੇ ਗੁਰਸਿੱਖੀ ਦਾ ਦਾਨ ਕੌਣ ਦੇਵੇ ਫਿਰ? ਹਰਖ ਸੋਗ ਦਾਝੈ ਨਹੀਂ। ਤੇ ਸਾਡੇ ਘਰ ਵਿੱਚ ਗਮੀ ਆ ਜੇ, ਕੋਈ ਮੌਤ ਹੋ ਜੇ, ਕੋਈ ਢਿੱਲ ਮੱਠ ਹੋ ਜੇ, ਤੇ ਅਸੀਂ ਫਿਰ ਦੁੱਖ ਦੇ ਵਿੱਚ ਚਲੇ ਜਾਂਦੇ ਹਾਂ। ਅਸੀਂ ਗੁਰਦੁਆਰਾ ਸਾਹਿਬ ਵੀ ਆਉਣੋਂ ਹਟ ਜਾਂਦੇ ਹਾਂ, ਅਸੀਂ ਨਿਤਨੇਮ ਕਰਨੋਂ ਵੀ ਹਟ ਜਾਂਦੇ ਹਾਂ। ਕਬੀਰ ਸਾਹਿਬ ਕਹਿੰਦੇ ਤੈਨੂੰ ਸਿੱਖ ਮੈਂ ਤਾਂ ਮੰਨੂ, ਗੁਰ ਲਾਗਾ ਤਬ ਜਾਣੀਐ, ਮਿਟੇ ਮੋਹ ਤਨ ਤਾਪ ਹਰਖ ਸੋਗ ਦਾਝੈ ਨਹੀਂ। ਤਬ ਹਰ ਆਪੇ ਆਪ। ਤੇਰੇ ਤੇ ਫਿਰ ਰੱਬ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿਣਾ ਭਾਈ। ਜੇ ਸਿੱਖ ਅਸੀਂ ਜੇ ਲੋਕਾਂ ਨੂੰ ਸਿੱਖ ਬਣਾਉਣਾ ਨਾ, ਕਿਸੇ ਨੂੰ ਸਿੱਖੀ ਦੇ ਨਾਲ, ਕਿਸੇ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਜੋੜਨਾ, ਤਾਂ ਪਹਿਲਾਂ ਭਾਈ ਸਾਨੂੰ ਆਪਣਾ ਜੀਵਨ ਕਮਾਉਣਾ ਪਊਗਾ। ਲੋਕਾਂ ਨੂੰ ਦੱਸਣਾ ਪਊਗਾ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ ਭਾਈ, ਅਸੀਂ ਨਿੰਦਿਆ ਨਹੀਂ ਕਰਦੇ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਚੁਗਲੀਆਂ ਨਹੀਂ ਕਰਦੇ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਪਰਾਇਆ ਹੱਕ ਨਹੀਂ ਖਾਂਦੇ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਸੀਂ ਆਰਕੈਸਟਰਾ ਨਾਲ ਨਹੀਂ ਨੱਚਦੇ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਗੁਰੂ ਤੋਂ ਬਿਨਾਂ ਕਿਸੇ ਨੂੰ ਮੱਥਾ ਨਹੀਂ ਟੇਕਦੇ। ਤਾਂ ਲੋਕ ਸਿੱਖ ਬਣਨਗੇ। ਹੁਣ ਇਸੇ ਕਰਕੇ ਸਿੱਖ ਨਹੀਂ ਬਣਦੇ ਵੀ ਆਹ ਸਿੱਖਾਂ ਦਾ ਹਾਲ ਦੇਖ ਲਓ। ਯਾਰ ਸਿੱਖ ਬਣਨੋਂ ਤਾਂ ਐਵੇਂ ਹੀ ਚੰਗੇ ਆ, ਸਿੱਖ ਬਣ ਕੇ ਵੀ ਇਹ ਸਾਰਾ ਕੁਝ ਕਰੀ ਜਾਂਦੇ ਨੇ ਤੇ ਅਸੀਂ ਵੀ ਕਰੀ ਜਾਂਦੇ ਹਾਂ, ਸਾਡੇ ਤੇ ਇਹਨਾਂ 'ਚ ਕੋਈ ਫਰਕ ਤਾਂ ਹੈ ਨਹੀਂ। ਤਾਂ ਲੋਕ ਸਿੱਖ ਨਹੀਂ ਬਣਦੇ। ਆਪਣਾ ਆਪ ਸਵਾਰ ਲਈਏ ਤੇ ਗੁਰੂ ਦੇ ਪਹਿਲਾਂ ਆਪ ਸਿੱਖ ਬਣੀਏ, ਫਿਰ ਕਿਸੇ ਨੂੰ ਸਿੱਖੀ ਵਾਸਤੇ ਪ੍ਰੇਰਿਤ ਕੀਤਾ ਜਾਊਗਾ। 15 ਮਿੰਟ ਦੀ ਵਿਚਾਰ ਅਜੇ ਬਾਕੀ ਹੈ ਜੀ, ਪਰ ਸਮਾਂ ਹੋ ਗਿਆ। ਆਪਾਂ ਨੇ ਵਿਚਾਰ ਕਰਨੀ ਹੈ ਕੇਸਾਂ ਤੇ, ਸ਼ਰਾਬ ਤੇ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਛੱਡ ਕੇ ਥਾਂ ਥਾਂ ਜਾਣ ਤੇ। ਜੇ ਤਾਂ ਤੁਸੀਂ ਦਿਓਗੇ ਇਜਾਜ਼ਤ, ਫਿਰ ਤਾਂ ਮੈਂ ਵਿਚਾਰ ਕਰ ਲੈਣਾ ਜੀ, ਨਹੀਂ ਆਪਾਂ ਫਤਿਹ ਬੁਲਾ ਦਿੰਦੇ ਹਾਂ। ਕਿਉਂ? ਘਰਾਂ ਦੇ ਕੰਮਕਾਰ ਹੁੰਦੇ ਨੇ, ਆਪਾਂ ਕਿਸੇ ਨੂੰ ਐਵੇਂ ਮੱਲੋ ਜੋਰੀ ਨਹੀਂ ਬਿਠਾ ਸਕਦੇ ਕਿਸੇ ਨੂੰ। ਜੇ ਤੁਹਾਡੀ ਇਜਾਜ਼ਤ ਹੈ ਫਿਰ ਤਾਂ ਵਿਚਾਰ ਕਰ ਲੈਂਦੇ ਹਾਂ, ਨਹੀਂ ਫਤਿਹ ਬੁਲਾ ਦਿੰਦੇ ਹਾਂ। ਫਿਰ ਗੁਰੂ ਨੂੰ ਕਿਤੇ ਸਮਾਂ ਬਣਾਇਆ ਫਿਰ ਕਰ ਲਾਂਗੇ ਜੀ। ਹਾਂਜੀ ਠੀਕ ਹੈ ਜੀ, ਇਕਾਗਰਤਾ ਬਣਾਈ ਰੱਖਿਓ। ਪਹਿਲਾ ਵਿਸ਼ਾ ਜੀ ਕੇਸ। ਕੇਸ ਕੀ ਨੇ ਜੀ? ਕਿਉਂ ਅਸੀਂ ਕੇਸ ਰੱਖਣੇ ਸਾਡੇ ਵਾਸਤੇ ਜ਼ਰੂਰੀ ਕਿਹਾ? ਗੁਰੂ ਜੀ ਕਿਉਂ ਸਾਨੂੰ ਕੇਸਾਂ ਤੇ ਇੰਨਾ ਜ਼ੋਰ ਦਿੰਦੇ ਆ? ਭਾਈ ਕੇਸ ਕਤਲ ਨਾ ਕਰਵਾਓ। ਭਾਈ ਨੰਦ ਲਾਲ ਜੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਆਪਣੇ ਕੇਸਾਂ ਨੂੰ ਕੰਘਾ ਕਰ ਰਹੇ ਆ ਬੜੇ ਪਿਆਰ ਦੇ ਨਾਲ। ਭਾਈ ਨੰਦ ਲਾਲ ਜੀ ਨੇ ਪੁੱਛਿਆ, ਕਹਿੰਦੇ ਗੁਰੂ ਜੀ ਕੇਸਾਂ ਨੂੰ ਬੜੇ ਪਿਆਰ ਨਾਲ ਕੰਘਾ ਕਰ ਰਹੇ ਹੋ, ਇਹ ਕੇਸ ਹੈ ਕੀ ਨੇ? ਗੁਰੂ ਜੀ ਕਹਿੰਦੇ ਸੁਣ ਨੰਦ ਲਾਲ, ਕੇਸ ਕੀ ਨੇ? ਕਿਉਂ ਮੈਂ ਕੇਸਾਂ ਨੂੰ ਇੰਨਾ ਪਿਆਰ ਕਰਦਾ? ਕਿਉਂ ਮੈਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਾਮ ਆਪਣੇ ਪਿਤਾ ਜੀ ਦੇ ਨਾਮ ਤੇ ਨਹੀਂ ਰੱਖਿਆ, ਆਪਣੀ ਮਾਤਾ ਜੀ ਦੇ ਨਾਮ ਤੇ ਨਹੀਂ ਰੱਖਿਆ, ਆਪਣੇ ਚਾਰੇ ਪੁੱਤਰਾਂ ਦੇ ਨਾਮ ਤੇ ਨਹੀਂ ਰੱਖਿਆ? ਕਿਉਂ ਨਹੀਂ ਰੱਖਿਆ? ਸੁਣ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦਾ ਨਾਮ ਕੇਸਗੜ੍ਹ ਸਾਹਿਬ ਕਿਉਂ ਰੱਖਿਆ? ਮੈਂ ਆਪਣੇ ਨਾਂ ਤੇ ਨਹੀਂ ਰੱਖਿਆ, ਕਿਸੇ ਦੇ ਨਾਂ ਤੇ ਨਹੀਂ ਰੱਖਿਆ। ਮੈਨੂੰ ਕੇਸ ਨਾ ਆਪਣੇ ਪੁੱਤਰਾਂ ਤੋਂ ਵੱਧ ਕੇ ਪਿਆਰੇ ਨੇ। ਕਲੰਗੀਆਂ ਵਾਲੇ ਨੂੰ ਕੇਸ ਆਪਣੇ ਚਾਰੇ ਪੁੱਤਰਾਂ ਤੋਂ ਵੱਧ ਕੇ ਪਿਆਰੇ ਨੇ ਜੀ, ਤਾਂ ਸਾਨੂੰ ਕੇਸ ਰੱਖਣ ਨੂੰ ਕਹਿੰਦੇ ਆ। ਤੇ ਨੰਦ ਲਾਲ ਜੀ ਨੂੰ ਕਹਿੰਦੇ, ਨੰਦ ਲਾਲ ਸੁਣ, ਜੇ ਪੁੱਛ ਰਿਹਾ ਨਾ ਵੀ ਕੇਸ ਕੀ ਨੇ, ਤਾਂ ਨੋਟ ਕਰ। ਕੇਸ ਗੁਰੂ ਕੀ ਮੋਹਰ
ਕਹਿੰਦੇ ਜਿਹੜੇ ਇਹ ਕੇਸ ਨੇ ਨਾ, ਇਹ ਗੁਰੂ ਦੀ ਮੋਹਰ ਨੇ। ਜਿਹੜੇ ਜਿਹੜੇ ਸਿੱਖ ਦੇ ਸਿਰ ਤੇ ਕੇਸ, ਮੁਖ ਤੇ ਦਾੜਾ ਹੋਊਗਾ, ਮੇਰੀ ਮੋਹਰ ਲੱਗੀ ਹੋਊ ਵੀ ਹਾਂ ਇਹ ਕਲੰਗੀਆਂ ਵਾਲੇ ਦਾ ਪੁੱਤ ਹੈ, ਇਹ ਮੋਹਰ ਹੈ। ਅੱਛਾ ਗੁਰੂ ਜੀ, ਇਹ ਤੁਹਾਡੀ ਮੋਹਰ ਹੈ। ਕੇਸ ਗੁਰੂ ਕੀ ਮੋਹਰ। ਪਾਤਸ਼ਾਹ ਜੀ, ਕੇਸਾਂ ਦਾ ਫਿਰ ਸਤਿਕਾਰ ਕਿੰਨਾ ਕੁ ਕਰਿਆ ਕਰੀਏ, ਇਹ ਵੀ ਦੱਸ ਦਿਓ ਸਾਨੂੰ। ਇਹਨੂੰ ਮੋਹਰ ਨੂੰ ਕਿੰਨਾ ਕੁ ਸਾਂਭ ਕੇ ਰੱਖੀਏ ਅਸੀਂ। ਕੇਸ ਗੁਰੂ ਕੀ ਮੋਹਰ, ਗੁਰੂ ਸਮ ਜਾਣੈ। ਗੁਰੂ ਸਮ ਜਾਣੈ, ਕਹਿੰਦੇ ਗੁਰੂ ਦੇ ਬਰਾਬਰ ਦਾ ਦਰਜਾ ਦੇਣਾ ਭਾਈ ਕੇਸਾਂ ਨੂੰ। ਤੇ ਅਸੀਂ ਹੁਣ ਆਪਣੇ ਅੰਦਰ ਝਾਤੀ ਮਾਰੀਏ ਵੀ ਕੀ ਅਸੀਂ ਆਪਣੇ ਕੇਸਾਂ ਨੂੰ ਗੁਰੂ ਦੇ ਬਰਾਬਰ ਦਾ ਦਰਜਾ ਦਿੰਦੇ ਹਾਂ? ਨਹੀਂ ਦਿੰਦੇ ਜੀ। ਉਹ ਕੇਸ ਜਿਨ੍ਹਾਂ ਕੇਸਾਂ ਦੇ ਬਦਲੇ ਭਾਈ ਤਾਰੂ ਸਿੰਘ ਨੇ ਆਪਣਾ ਖੋਪਰ ਲਹਾਤਾ ਸੀਗਾ ਕੇਸਾਂ ਦੇ ਬਦਲੇ, ਉਹ ਕੇਸ ਜਿਨ੍ਹਾਂ ਕੇਸਾਂ ਦੇ ਬਦਲੇ ਸਾਡੀਆਂ ਮਾਵਾਂ ਨੇ, ਸਾਡੀਆਂ ਭੈਣਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਟੁਕੜੇ ਕਰਵਾ ਕੇ ਆਪਣੇ ਗਲਾਂ 'ਚ ਹਾਰ ਪਵਾ ਲਏ ਸੀ, ਉਹ ਕੇਸ ਅੱਜ ਨਾਈ ਦੀਆਂ ਦੁਕਾਨਾਂ ਤੇ ਬਿਊਟੀ ਪਾਰਲਰ ਦੀਆਂ ਦੁਕਾਨਾਂ ਤੇ ਰੁਲਦੇ ਆ। ਰੁਲਦੇ ਆ ਕਿ ਨਹੀਂ ਰੁਲਦੇ ਜੀ? ਕੀ ਅਸੀਂ ਸਿੱਖੀ ਸਾਂਭੀ ਜੀ? ਅਸੀਂ ਲੜੀ ਜਾਂਦੇ ਹਾਂ ਦੂਸਰਿਆਂ ਨਾਲ ਵੀ ਸਾਨੂੰ RSS ਤੋਂ ਖਤਰਾ ਹੈ, ਫਲਾਣੇ ਤੋਂ ਖਤਰਾ ਹੈ। ਸਾਥੋਂ ਤਾਂ ਗੁਰੂ ਦੀ ਮੋਹਰ ਨਹੀਂ ਸਾਂਭੀ ਗਈ। ਸਿੱਖੀ ਨੂੰ ਤਾਂ ਖਤਰਾ, ਅਸੀਂ ਸਿੱਖੀ ਹੋਏ ਪਏ ਹਾਂ। ਅਸੀਂ ਸਿੱਖੀ ਨੂੰ ਖਤਰੇ ਦੇ ਵਿੱਚ ਪਾਈ ਜਾਂਦੇ ਹਾਂ। ਕੇਸ ਨਾ ਕਤਲ ਕਰਵਾਈਏ। ਇੱਥੋਂ ਤੱਕ ਸਾਡੇ ਵਿੱਚ ਨਿਘਾਰਤਾ ਆ ਗਈ। ਜਿਨ੍ਹਾਂ ਕੇਸਾਂ ਦੇ ਬਦਲੇ ਇੰਨੀਆਂ ਕੁਰਬਾਨੀਆਂ ਹੋਈਆਂ, ਜਿਨ੍ਹਾਂ ਕੇਸਾਂ ਦੇ ਬਦਲੇ ਮਾਵਾਂ ਨੇ, ਭੈਣਾਂ ਨੇ ਬੱਚਿਆਂ ਦੇ ਟੁਕੜੇ ਆਪਣੇ ਗਲਾਂ 'ਚ ਪਵਾਏ, ਉਹ ਕੇਸ ਅਸੀਂ ਖਿੱਲਾਂ ਵੱਟੇ ਸਾਈਕਲ ਵਾਲੇ ਨੂੰ ਵੇਚ ਦਿੰਦੇ ਹਾਂ। ਵੇਚਦੇ ਹਾਂ ਕਿ ਨਹੀਂ ਵੇਚਦੇ ਜੀ? ਸਾਡੀ ਇੰਨੀ ਹਿੰਮਤ ਹਾਰ ਗਈ ਵੀ ਅਸੀਂ ਸੋਹਲਾ ਸਾਹਿਬ ਦੀ ਬਾਣੀ ਪੜ੍ਹਦੇ ਪੜ੍ਹਦੇ ਕੇਸਾਂ ਦਾ ਸੰਸਕਾਰ ਨਹੀਂ ਕਰ ਸਕਦੇ। ਖਿੱਲਾਂ ਵੱਟੇ ਗੁਰੂ ਦੀ ਮੋਹਰ ਵੇਚ ਦਿੰਦੇ ਹਾਂ, ਖਿੱਲਾਂ ਵੱਟੇ। ਬੇਨਤੀ ਹੈ ਨੌਜਵਾਨ ਵੀਰਾਂ ਨੂੰ ਵੀ ਕੇਸਾਂ ਦਾ ਸਤਿਕਾਰ ਕਰੋ। ਆਪਣੇ ਸਿਰ ਤੇ ਕੇਸ ਰੱਖੋ, ਮੁੱਖ ਤੇ ਦਾੜੀਆਂ ਰੱਖੋ। ਭੈਣਾਂ ਨੂੰ ਵੀ ਬੇਨਤੀ ਹੈ ਵੀ ਕੇਸਾਂ ਦਾ ਸਤਿਕਾਰ ਬਹਾਲ ਕਰੋ। ਆਪਣੇ ਬੱਚਿਆਂ ਦੇ ਕੇਸ ਰੱਖਣੇ ਸ਼ੁਰੂ ਕਰੋ ਤਾਂ ਕਿ ਸਿੱਖੀ ਦੀ ਜਿਹੜੀ ਫੁਲਵਾੜੀ ਹੈ ਉਹ ਪ੍ਰਫੁੱਲਤ ਹੋ ਸਕੇ। ਸਿੱਖੀ ਨੂੰ ਚਾਰ ਚੰਦ ਲਾ ਦਈਏ। ਸਿੱਖੀ ਨੂੰ ਬਚਾਉਣ ਵਾਲੇ ਕੌਣ ਆ ਜੀ? ਅਸੀਂ ਹਾਂ। ਅਸੀਂ ਆਪਣੀ ਸਿੱਖੀ ਆਪ ਬਚਾ ਸਕਦੇ ਹਾਂ। ਪਰ ਹੋ ਕੀ ਰਿਹਾ? ਸਾਡੀਆਂ ਭੈਣਾਂ ਸਾਡੇ ਬੱਚਿਆਂ ਦੇ ਆਪਣੇ ਆਪ ਹੀ ਕੇਸ ਕਤਲ ਕਰਵਾ ਦਿੰਦੀਆਂ। ਕੀ ਕਹਿੰਦੀਆਂ? ਆ ਚੱਕ 20 ਰੁਪਏ, ਮੈਥੋਂ ਨਹੀਂ ਤੇਰਾ ਰੋਜ਼ ਰੋਜ਼ ਸਿਆਪਾ ਹੁੰਦਾ, ਨਾਈ ਦੇ ਜਾ ਕੇ ਕਟਾਇਆ। ਕੀ ਮਾਤਾ ਗੁਜਰ ਕੌਰ ਨੇ ਵੀ ਇਹੀ ਆਖਿਆ ਸੀਗਾ ਜੀ? ਮਾਤਾ ਗੁਜਰ ਕੌਰ ਨੇ ਇਹੀ ਆਖਿਆ ਸੀਗਾ? ਨਹੀਂ। ਜਦੋਂ ਸਾਹਿਬਜ਼ਾਦੇ, ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਚਿਣਨ ਦੇ ਲਈ ਲਿਜਾਇਆ ਜਾ ਰਿਹਾ ਸੀ, ਮਾਤਾ ਗੁਜਰੀ ਜੀ ਨੇ ਕੀ ਕੀਤਾ? ਕੰਘੀ ਦੇ ਨਾਲ ਉਹਨਾਂ ਦੇ ਕੇਸ ਵਾਹੇ। ਇੰਨੀ ਦੁੱਖ ਦੀ ਘੜੀ ਦੇ ਵਿੱਚ ਵੀ ਕੇਸਾਂ ਦਾ ਸਤਿਕਾਰ ਨਹੀਂ ਭੁੱਲੇ। ਦੋਨਾਂ ਦੇ ਕੰਘੀ ਦੇ ਨਾਲ ਕੇਸ ਵਾਹੇ, ਸਿਰ ਤੇ ਦਸਤਾਰਾਂ ਬੰਨੀਆਂ ਤੇ ਕਲੰਗੀਆਂ ਲਾਈਆਂ। ਸਾਡੇ ਤੇ ਤਾਂ ਕੋਈ ਭੀੜ ਨਹੀਂ, ਸਾਨੂੰ ਤਾਂ ਕੋਈ ਠੰਡੇ ਬੁਰਜ ਦੇ ਵਿੱਚ ਨਹੀਂ ਬਿਠਾਇਆ ਗਿਆ। ਅਸੀਂ ਤਾਂ ਆਪਣੇ ਘਰਾਂ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਦੇ ਕੇਸ ਕਤਲ ਕਰਵਾਈ ਜਾਂਦੇ ਹਾਂ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਅਸੀਂ ਗੁਰੂ ਦੀ ਚਾਲ ਤੇ ਕਿੱਥੋਂ ਚੱਲਾਂਗੇ? ਸਾਡੇ ਤਾਂ ਹੁਣ ਸਿਰਾਂ ਦਾ ਮੁੱਲ ਵੀ ਨਹੀਂ ਨਾ ਪੈਂਦਾ, ਫਿਰ ਵੀ ਅਸੀਂ ਆਪਣੇ ਕੇਸ ਜਾ ਕੇ ਆਪ ਹੀ ਕਤਲ ਕਰਵਾਇਆ ਹੁੰਦੇ ਹਾਂ। ਕੇਸ ਰੱਖੋ, ਗੁਰੂ ਦੀ ਮੋਹਰ ਨੂੰ ਸਾਂਭ ਕੇ ਰੱਖੀਏ। ਦੂਸਰਾ ਵਿਸ਼ਾ ਨਸ਼ਾ। ਕਿਸੇ ਤਰ੍ਹਾਂ ਦਾ ਵੀ ਨਸ਼ਾ ਨਾ ਕਰੋ, ਕਿਸੇ ਵੀ ਤਰ੍ਹਾਂ ਦਾ। ਨਾ ਭੁੱਕੀ, ਨਾ ਫੀਮ, ਨਾ ਸਮੈਕ, ਨਾ ਸ਼ਰਾਬ, ਨਾ ਗੋਲੀਆਂ, ਨਾ ਜਰਦਾ, ਨਾ ਬੀੜੀ। ਕਾਸੇ ਦੇ ਹੱਥ ਨਾ ਲਾਇਆ ਕਰੋ ਵੀਰੋ, ਕਾਸੇ ਦੇ ਹੱਥ ਨਾ ਲਾਇਆ ਕਰੋ। ਹਰ ਇੱਕ ਨਸ਼ੇ ਦੇ ਉੱਤੇ ਲਿਖਿਆ, ਸ਼ਰਾਬ ਵਾਲੀ ਬੋਤਲ ਦੇ ਉੱਤੇ ਲਿਖਿਆ ਸ਼ਰਾਬ ਪੀਣੀ ਸਿਹਤ ਲਈ, ਬੋਲ ਦਿਓ, ਹਾਨੀਕਾਰਕ ਹੈ। ਪਰ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੇ। ਮਨ ਜਾਣਦਾ ਇਹਨਾਂ ਗੱਲਾਂ ਨੂੰ ਵੀ ਹਾਂ ਸ਼ਰਾਬ ਪੀਣੀ ਮਾੜੀ ਹੈ, ਬੀੜੀਆਂ ਸਿਗਰਟਾਂ ਸਾਡੇ ਫੇਫੜੇ ਖਤਮ ਕਰਦੀਆਂ ਨੇ, ਸ਼ਰਾਬ ਸਾਡਾ ਲਿਵਰ ਖਰਾਬ ਕਰਦੀ ਹੈ, ਸ਼ਰਾਬ ਸਾਡੇ ਗੁਰਦੇ ਖਰਾਬ ਕਰਦੀ ਹੈਗੀ। ਕਹਿੰਦੇ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸ਼ਲਾਤ। ਇਹ ਕਾਹਦੀ ਸਿਆਣਪ ਹੈ? ਕਹਿੰਦੇ ਭਾਈ ਤੇਰੀ ਕਾਹੇ ਕੀ ਕੁਸ਼ਲਾਤ। ਹਾਥ ਦੀਪ ਕੂਏ ਪਰ ਹੈ, ਹੱਥ 'ਚ ਤੇਰੇ ਦੀਵਾ ਤੇ ਡਿੱਗਦਾ ਜਾ ਕੇ ਖੂਹ 'ਚ ਹੈ।
ਜੇ ਤਾਂ ਸਾਨੂੰ ਨਾ ਪਤਾ ਹੋਵੇ ਵੀ ਨਸ਼ਾ ਕੀ ਨੁਕਸਾਨ ਕਰਦਾ ਜੀ, ਫਿਰ ਤਾਂ ਉਹ ਬੰਦਾ ਪੀਂਦਾ ਵੀ ਚੰਗਾ ਲੱਗਦਾ ਹੈ। ਸਾਨੂੰ ਸਾਰਿਆਂ ਨੂੰ ਪਤਾ, ਪਰ ਜਾਣ ਬੁੱਝ ਕੇ ਅਸੀਂ ਨਸ਼ੇ ਦੇ ਖੂਹ ਦੇ ਵਿੱਚ ਡਿੱਗਦੇ ਹਾਂ। ਆਪਾਂ ਆਪਣੇ ਘਰ ਦੇ ਵਿੱਚ ਮੋਟਰਸਾਈਕਲ ਲੈ ਕੇ ਆਉਂਦੇ ਹਾਂ, ਕਿੰਨੇ ਕੁ ਦਾ ਹੁੰਦਾ ਜੀ? ਜੇ ਨਵਾਂ ਮੋਟਰਸਾਈਕਲ ਲਈਏ 60 65 70 ਹਜ਼ਾਰ ਰੁਪਏ ਦਾ ਆਉਂਦਾ, ਅਤੇ ਉਹਦੇ ਵਿੱਚ ਡੀਜ਼ਲ ਤੇਲ ਕਿਉਂ ਨਹੀਂ ਪਾਉਂਦੇ, ਜਾਂ ਮਿੱਟੀ ਦਾ ਤੇਲ ਕਿਉਂ ਨਹੀਂ ਪਾਉਂਦੇ? ਪੈਟਰੋਲ ਹੀ ਕਿਉਂ ਪਾਉਂਦੇ ਆ? ਇਸ ਕਰਕੇ ਪੈਟਰੋਲ ਪਾਉਂਦੇ ਆ ਵੀ ਉਹ ਖਰਾਬ ਨਾ ਹੋ ਜਾਏ ਕਿਤੇ। 60 70 ਹਜ਼ਾਰ ਦੇ ਮੋਟਰਸਾਈਕਲ ਦਾ ਤਾਂ ਸਾਨੂੰ ਫਿਕਰ ਹੈ, ਆਹ ਸਰੀਰ ਜਿਹਦੀ ਕੋਈ ਕੀਮਤ ਹੀ ਨਹੀਂ। ਇੱਕ ਸਾਹ ਸਾਨੂੰ ਇੱਕ ਪਾਸੇ ਆਪਣੀ ਸਾਰੀ ਜ਼ਮੀਨ ਜਾਇਦਾਦ ਰੱਖ ਕੇ ਕਹੀਏ ਵੀ ਡਾਕਟਰ ਸਾਹਿਬ ਸਾਨੂੰ ਇੰਨੇ ਸਾਹ ਮੁੱਲ ਦੇ ਦਿਓ, ਕੀ ਡਾਕਟਰ ਮੁੱਲ ਦੇ ਦੂ? ਇੱਕ ਸਾਹ ਵੀ ਨਹੀਂ ਮਿਲਦਾ ਜੀ। ਸਾਡੇ ਸਰੀਰ ਦਾ ਪਾਰਟ ਖਰਾਬ ਹੋ ਜਾਏ ਕੋਈ, ਕੀ ਹੁੰਦਾ ਜੀ? ਕਿੰਨਾ ਨੁਕਸਾਨ ਹੁੰਦਾ ਹੈਗਾ। ਆਹ ਸਰੀਰ ਜਿਹਦੀ ਕੋਈ ਕੀਮਤ ਹੀ ਨਹੀਂ, ਐਸ ਸਰੀਰ ਦੇ ਵਿੱਚ ਕਿੰਨੀ ਗੰਦਗੀ ਪਾਈ ਜਾਂਦੇ ਹਾਂ ਅਸੀਂ। ਮੋਟਰਸਾਈਕਲ ਦੇ ਵਿੱਚ ਡੀਜ਼ਲ ਤੇਲ ਨਹੀਂ ਪਾ ਕੇ ਰਾਜੀ, ਪਰ ਐਸ ਸਰੀਰ ਦੇ ਵਿੱਚ ਕਿੰਨੀ ਗੰਦਗੀ। ਮਾਫ਼ ਕਰਨਾ, ਅਸੀਂ ਆਪਣੇ ਸਰੀਰਾਂ ਨੂੰ ਕੂੜਾਦਾਨ ਬਣਾ ਰੱਖਿਆ, ਕੂੜਾਦਾਨ। ਤੇ ਗੁਰੂ ਜੀ ਕੀ ਕਹਿੰਦੇ ਇਸ ਸਰੀਰ ਨੂੰ? ਕਹਿੰਦੇ ਹਰਮੰਦਰ ਇਹ ਸਰੀਰ ਹੈ। ਕਹਿੰਦੇ ਭਾਈ ਤੇਰਾ ਜਿਹੜਾ ਇਹ ਸਰੀਰ ਹੈ ਨਾ, ਹਰੀ ਦਾ ਮੰਦਰ ਹੈ, ਇਹਦੇ ਵਿੱਚ ਗੰਦ ਨਾ ਪਾਇਆ ਕਰ। ਗੁਰੂ ਜੀ ਤੁਸੀਂ ਕਹੀ ਜਾਂਦੇ ਹੋ ਵੀ ਮੰਦਰ ਹੈ, ਅਸੀਂ ਤਾਂ ਨਾ ਕੂੜਾਦਾਨ ਬਣਾ ਰੱਖਿਆ। ਕਿੰਨੀਆਂ ਬੀੜੀਆਂ, ਕਿੰਨੀਆਂ ਸਿਗਰਟਾਂ, ਕਿੰਨੀ ਸ਼ਰਾਬ, ਕਿੰਨੀ ਭੁੱਕੀ, ਕਿੰਨੀ ਫੀਮ ਅਸੀਂ ਇਹ ਸਰੀਰ ਦੇ ਵਿੱਚ ਪਾਤੀ। ਤੇ ਫਿਰ ਕੀ ਕਰ ਲਿਆ ਜੀ ਅਸੀਂ? ਸਰੀਰ ਨੂੰ ਕੂੜਾਦਾਨ ਹੀ ਬਣਾ ਲਿਆ। ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰੋ। ਕਈ ਨਾ ਗੁੱਸੇ ਹੋ ਜਾਂਦੇ ਆ ਵੀ ਸਾਨੂੰ ਸਾਡੇ ਪਿੰਡ ਜੀ ਨਸ਼ੇ ਵਾਸਤੇ ਕਿਉਂ ਬੋਲਿਆ? ਭਾਈ ਮੇਰਾ ਗੁਰੂ ਕਹਿੰਦਾ ਤਾਂ ਬੋਲਦੇ ਹਾਂ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਕਹਿੰਦੀ ਫਿਰ ਨਹੀਂ ਅਸੀਂ ਬੋਲਦੇ ਸੀਗੇ, ਕਿਉਂਕਿ ਗੁਰੂ ਤੋਂ ਅਸੀਂ ਅੱਗੇ ਹੋ ਕੇ ਨਹੀਂ ਬੋਲ ਸਕਦੇ। ਗੁਰੂ ਦੀ ਬਾਣੀ ਕੀ ਕਹਿੰਦੀ? ਗੁਰੂ ਦੀ ਬਾਣੀ ਕਹਿੰਦੀ ਐਸਾ ਮਦ ਨਸ਼ਾ, ਐਸਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ। ਕਹਿੰਦੇ ਤੇਰੀ ਜਾਨ ਨਿਕਲਦੀ ਹੈ, ਨਿਕਲ ਜੇ, ਪਰ ਨਸ਼ੇ ਦੇ ਹੱਥ ਨਾ ਲਾਈ, ਨਸ਼ੇ ਦੇ ਹੱਥ ਨਾ ਲਾਈ। ਪਰ ਦੁੱਖ ਦੀ ਗੱਲ ਇੱਥੇ ਤਾਂ ਮੈਨੂੰ ਪਤਾ ਨਹੀਂ, ਕਈ ਗੁਰੂ ਘਰਾਂ ਦੇ ਵਿੱਚ ਮੈਂ ਦੇਖਿਆ, ਜੇ ਸੇਵਾ ਕਰਨੀ ਹੋਵੇ ਨਾ, ਸੇਵਾ ਵੀ ਅੱਜ ਸਾਰੀ ਦਿਹਾੜੀ ਸੇਵਾ ਕਰਨੀ ਹੈ, ਚੰਗੇ ਚੰਗੇ ਸੇਵਾਦਾਰ, ਚੰਗੇ ਚੰਗੇ ਗੁਰਦੁਆਰਾ ਸਾਹਿਬ ਆਉਣ ਵਾਲੇ ਕੀ ਕਹਿਣਗੇ? ਲੈ ਯਾਰ ਭੁੱਕੀ ਦੇ 2 ਚਮਚੇ ਲਾ ਲੈ, ਸਰੀਰ ਨੂੰ ਥਕੇਵਾਂ ਜਾਂ ਨਹੀਂ ਹੋਊਗਾ। ਕਹਿੰਦੇ ਆ ਜੀ, ਮੈਂ ਆਪਦੇ ਅੱਖਾਂ ਨਾਲ ਵੇਖਿਆ। ਕਹਿੰਦੇ ਕਹਾਉਂਦੇ ਸਿੱਖ ਜਿਨ੍ਹਾਂ ਦੇ ਮੂੰਹ 'ਚੋਂ ਗੱਲਾਂ ਸੁਣਦੀਆਂ ਬਹੁਤ ਉੱਚੀਆਂ, ਪਰ ਜਿੱਦੇ ਸੇਵਾ ਕਰਨੀ ਹੁੰਦੀ ਹੈ ਕਹਿੰਦੇ ਗੋਡੇ ਜੇ ਨਹੀਂ ਦੁਖਣਗੇ, ਕਹਿੰਦੇ ਚੱਲ 2 ਚਮਚੇ ਲਾ ਲਓ ਭੁੱਕੀ ਦੇ। ਉਹ ਸੇਵਾ ਗੁਰੂ ਨੇ ਕਿਹਾ ਵੀ ਭੁੱਕੀ ਖਾ ਕੇ ਕਰੋ ਨਾ। ਜੇ ਅਸੀਂ ਸੇਵਾ ਕਰਨ ਵਾਸਤੇ ਭੁੱਕੀ ਖਾਂਦੇ ਹਾਂ, ਕੱਲ੍ਹ ਨੂੰ ਸਾਨੂੰ ਜੰਗ ਲੜਨ ਦੀ ਲੋੜ ਪੈ ਜੇ, ਫਿਰ ਤਾਂ ਅਸੀਂ ਬੜਾ ਗੁਰੂ ਦੇ ਸਨਮੁਖ ਹੋ ਕੇ ਲੜਾਂਗੇ। ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰੋ। ਤੀਸਰਾ ਵਿਸ਼ਾ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਛੱਡ ਕੇ ਕਿਸੇ ਅੱਗੇ ਸੀਸ ਨਹੀਂ ਨਿਵਾਉਣਾ। ਬਸ ਨਮਸਕਾਰ ਕਰਨੀ ਹੈ ਤਾਂ ਗੁਰੂ ਦੇ ਅੱਗੇ ਕਰੀਏ। ਜੇ ਅਸੀਂ ਸਿੱਖਾਂ, ਜੇ ਆਪਣੇ ਆਪ ਨੂੰ ਸਿੱਖ ਸਮਝਦੇ ਹਾਂ ਤਾਂ। ਹਾਂ ਭਾਈ, ਜਿਹੜਾ ਆਪਣੇ ਆਪ ਨੂੰ ਸਿੱਖ ਨਹੀਂ ਸਮਝਦਾ ਉਹ ਜਿੱਥੇ ਮਰਜੀ ਜਾਵੇ, ਕਿਉਂਕਿ ਧੱਕੇ ਨਾਲ ਕਿਸੇ ਨੂੰ ਧਰਮ ਮਨਵਾਇਆ ਨਹੀਂ ਜਾ ਸਕਦਾ। ਜੇ ਅਸੀਂ ਧੱਕੇ ਨਾਲ ਧਰਮ ਮਨਵਾਉਣੇ ਆ, ਫਿਰ ਔਰੰਗਜ਼ੇਬ ਤੇ ਸਾਡੇ 'ਚ ਕੋਈ ਫਰਕ ਨਹੀਂ ਰਿਹਾ। ਔਰੰਗਜ਼ੇਬ ਧੱਕੇ ਨਾਲ ਮੁਸਲਮਾਨ ਬਣਾਉਂਦਾ ਸੀ, ਅਸੀਂ ਧੱਕੇ ਨਾਲ ਸਿੱਖ ਬਣਾਉਣ ਲੱਗ ਗਏ, ਫਿਰ ਉਹਦੇ ਤੇ ਸਾਡੇ 'ਚ ਕੀ ਫਰਕ? ਕੋਈ ਫਰਕ ਨਹੀਂ। ਭਾਈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਗੁਰੂ ਕੇ ਸਿੱਖਾਂ, ਉਹਨਾਂ ਨੂੰ ਬੇਨਤੀ ਹੈ ਵੀ ਨਮਸਕਾਰ ਕਰਿਆ ਕਰੋ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਜਿਹਨੇ ਸਦਾ ਵਾਸਤੇ ਰਹਿਣਾ। ਬਾਣੀ ਨੂੰ ਕੀ ਕਹਿੰਦੇ ਆ ਜੀ? ਅਸੀਂ ਜੁਗੋ ਜੁਗ ਅਟਲ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪਰਜਾ ਜਿਨ ਆਪ ਸਵਾਰੀ। ਗੁਰੂ ਜੀ ਸਾਨੂੰ ਬਾਣੀ ਦੇ ਵਿੱਚ ਰੋਕਦੇ ਆ ਜਾਣ ਤੋਂ, ਕਹਿੰਦੇ ਐਵੇਂ ਨਾ ਕਬਰਾਂ ਸਮਾਧਾਂ ਤੇ ਜਾ ਕੇ ਮਰੇ ਹੋਇਆਂ ਨੂੰ ਮੱਥੇ ਟੇਕੀ ਜਾਇਆ ਕਰ। ਜੇ ਤਾਂ ਅੰਦਰੋਂ ਜਿਉਂਦਾ ਹੋਣਾ ਨਾ ਜਮੀਰ ਕਰਕੇ, ਤਾਂ ਜਿਉਂਦੇ ਨੂੰ ਮੱਥਾ ਟੇਕਿਆ ਕਰ। ਜੈਸੋ ਸੇਵੇ ਤੈਸੋ ਹੋਏ। ਗੁਰੂ ਜੀ ਕਹਿੰਦੇ ਜਿਹੇ ਜੇ ਨੂੰ ਮੰਨੇ ਪੂਜੇਗਾ ਭਾਈ ਉਹੋ ਜੀ ਹੋ ਜਾਏਗਾ। ਹੁਣ ਦੇਖੀਏ ਜੀ, ਜੇ ਅਸੀਂ ਆਪਣੀ ਜ਼ਮੀਰ ਨੂੰ ਜਿਉਂਦੇ ਰੱਖਣਾ ਤਾਂ ਜਿਉਂਦੇ ਕੋਲੇ ਆ ਜਾ ਕਰੀਏ, ਜੇ ਆਪਣੀ ਜ਼ਮੀਰ ਮਾਰਨੀ ਹੈ ਫਿਰ ਮਰਿਆਂ ਕੋਲੇ ਚੱਲ ਜਾ ਕਰੀਏ। ਗੁਰੂ ਜੀ ਕਹਿੰਦੇ ਦੁਬਦਾ ਨਾ ਪੜੂੰ, ਹਰ ਬਿਨ ਹੋਰ ਨਾ ਪੂਜੂ, ਮੜੈ ਮਸਾਣ ਨਾ ਜਾਈ। ਤ੍ਰਿਸ਼ਨਾ ਰਾਚਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਲਾਲਚ ਦਾ ਮਾਰੇ ਹੀ ਜਾਂਦਾ ਨਾ ਵੀ ਉੱਥੇ ਜਾ ਕੇ ਮੈਨੂੰ ਕੁਛ ਮਿਲ ਜੂ। ਕਹਿੰਦੇ ਨਾਮ ਜਪ ਲਿਆ ਕਰ, ਤੇਰੀਆਂ ਸਾਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੂੰ ਛੱਡ ਕੇ ਕਿਤੇ ਨਾ ਜਾਈਏ। ਅੰਮ੍ਰਿਤ ਛਕ ਲਈਏ ਤੇ ਗੁਰੂ ਵਾਲੇ ਬਣ ਜਾਈਏ, ਨਗੁਰੇ ਨਾ ਮਰ ਜਾਈਏ। ਇਹ ਜਨਮ ਦੁਬਾਰੇ ਨਹੀਂ ਮਿਲਣਾ, ਨਹੀਂ ਮਿਲਣਾ। ਜਿਹੜਾ ਇਸ ਸੰਸਾਰ ਤੋਂ ਇੱਕ ਵਾਰੀ ਚਲਿਆ ਗਿਆ ਉਹਨੇ ਇੱਥੇ ਦੁਬਾਰੇ ਨਹੀਂ ਆਉਣਾ।
ਨਗੁਰੇ ਨਾ ਮਰੀਏ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਨਿਤਨੇਮੀ ਹੋਈਏ ਅਸੀਂ। ਸਿੱਖ 97% ਸਿੱਖ ਨਿਤਨੇਮ ਨਹੀਂ ਕਰਦੇ। 100 ਦੇ ਮਗਰ 3 ਸਿੱਖ ਨਿਤਨੇਮੀ ਨੇ, 97 ਨਿਤਨੇਮ ਹੀ ਨਹੀਂ ਕਰਦੇ। ਨਿਤਨੇਮ ਭਾਈ ਗੁਰੂ ਦਾ ਹੁਕਮ ਹੈ, ਸਿੱਖ ਦੀ ਮਰਜ਼ੀ ਨਹੀਂ ਹੈਗੀ। ਤੇ ਇੱਕ ਅੰਮ੍ਰਿਤ ਛਕ ਕੇ ਆਪਣੇ ਸਰੀਰਾਂ ਤੇ ਕੱਚੇ ਪੀਲੇ ਰੰਗ ਨਾ ਲਾਇਆ ਕਰੀਏ। ਇਹਨਾਂ ਜਿਹੜੇ ਅਸੀਂ ਕੱਚੇ ਪੀਲੇ ਰੰਗ ਲਾਉਂਦੇ ਆ ਨਾ ਅੰਮ੍ਰਿਤ ਛਕ ਕੇ, ਨੋਹਾਂ ਤੇ ਨਹੁੰ ਪਾਲਸ਼ ਜਾਂ ਆਪਾਂ ਲਿਪਸਟਿਕ ਵਗੈਰਾ ਲਾਉਣੇ ਆ, ਇਹਨਾਂ ਤੋਂ ਭਾਈ ਕੈਂਸਰ ਹੁੰਦਾ ਹੈ। ਕੱਚੇ ਪੀਲੇ ਰੰਗਾਂ ਤੋਂ ਗੁਰੂ ਜੀ ਸਾਨੂੰ ਤਾਂ ਰੋਕ ਕੇ ਗਏ ਆ, ਤਾਂ ਰੋਕ ਕੇ ਗਏ ਆ। ਆਪਾਂ ਕਹਿੰਦੇ ਨੇ ਕੀ ਹੋ ਜਾਊਗਾ, ਦੂਜੇ ਵੀ ਤਾਂ ਲਾਈ ਫਿਰਦੇ ਆ। ਗੁਰੂ ਜੀ ਕਹਿੰਦੇ ਮੇਰਾ ਸਿੱਖ ਨਾ ਕੈਂਸਰ ਨਾ ਮਰੇ ਬਸ। ਗੁਰੂ ਦੀ ਸੋਚ 550 ਸਾਲ ਪਹਿਲਾਂ ਆਉਣ ਵਾਲੀਆਂ ਬਿਮਾਰੀਆਂ ਗੁਰੂ ਜੀ ਨੇ ਸਾਨੂੰ ਪਹਿਲਾਂ ਦੱਸਤੀਆਂ। ਕਹਿੰਦੇ ਇਹਦੇ ਨਾਲ ਨਾ ਕੈਂਸਰ ਹੁੰਦਾ ਭਾਈ, ਕੱਚੇ ਪੀਲੇ ਰੰਗ ਨਾ ਲਾਇਆ ਕਰੋ। 1 ਮਿੰਟ ਬਸ, 1 ਮਿੰਟ ਦੇ ਵਿੱਚ ਸਮਾਪਤੀ। ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੇਰੀ ਹੈ, ਬੇਰੀ ਦੇ ਪੱਤੇ ਸੁੱਕਣੇ ਸ਼ੁਰੂ ਹੋ ਗਏ ਸੀਗੇ, ਮੱਛੀਆਂ ਮਰਨੀਆਂ ਸ਼ੁਰੂ ਹੋ ਗਈਆਂ। ਤੇ ਉੱਥੇ ਸਾਇੰਸਦਾਨ ਆਏ, ਸਾਇੰਸਦਾਨਾਂ ਨੇ ਖੋਜ ਕੀਤੀ ਵੀ ਪੱਤੇ ਬੇਰੀ ਦੇ ਕਿਉਂ ਸੁੱਕਦੇ ਐ ਤੇ ਮੱਛੀਆਂ ਕਿਉਂ ਮਰਦੀਆਂ ਨੇ। ਸਾਇੰਸਦਾਨਾਂ ਨੇ ਕਿਹਾ ਵੀ ਇਹਦੇ ਵਿੱਚ ਆ ਕੇ ਇਸ਼ਨਾਨ ਕਰਦੇ ਆ ਸਾਰੇ ਹੀ, ਭੈਣਾਂ ਵੀ ਤੇ ਵੀਰ ਵੀ। ਭੈਣਾਂ ਦੇ ਜਿਹੜੀਆਂ 9 ਪਾਲਸ਼ਾਂ ਤੇ ਲਿਪਸਟਿਕਾਂ ਲੱਗੀਆਂ ਨੇ, ਇਹਨਾਂ ਦੇ ਵਿੱਚ ਕੀ ਹੁੰਦਾ, ਕੈਮੀਕਲ ਹੁੰਦਾ, ਉਹਦੇ ਨਾਲ ਮੱਛੀਆਂ ਮਰ ਰਹੀਆਂ ਨੇ ਤੇ ਬੇਰੀ ਦੇ ਪੱਤੇ ਸੁੱਕ ਰਹੇ ਹੈਗੇ। ਦੇਖੋ ਇੰਨਾ ਮਾੜਾ ਕੈਮੀਕਲ ਹੈ, ਇਹ ਸਾਡੇ ਅੰਦਰ ਜਾਂਦਾ ਹੈ। ਤੇ ਅਸੀਂ ਕਹਿੰਦੇ ਆ, ਸਰਕਾਰਾਂ ਨੂੰ ਦੋਸ਼ ਦਿੰਦੇ ਆ ਵੀ ਸਾਡਾ ਜੀ ਮਾਲਵਾ ਹੈ ਜਿਹੜਾ ਕੈਂਸਰ ਦੀ ਮਾਰ ਹੇਠ ਆ ਰਿਹਾ ਹੈ। ਤੇ ਕੈਂਸਰ ਭਾਈ, ਕੈਂਸਰ ਤਾਂ ਅਸੀਂ ਆਪ ਹੀ ਪੈਦਾ ਕਰਦੇ ਹਾਂ। ਇਹ ਕੱਚੇ ਪਿੱਲੇ ਰੰਗ ਨਾ ਲਾਓ। ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਜਾਂ ਬੱਚਾ ਸਮਝ